नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਦਿੱਲੀ ਸਲਤਨਤ ਦਾ ਪ੍ਰਸ਼ਾਸਨ, ਭਵਨ ਨਿਰਮਾਣ ਕਲਾ ਤੇ ਲਿਟਰੇਚਰ। ਚੱਲਦੇ ਹਾਂ ਜੀ ਅੱਜ ਦੇ ਆਪਣੇ ਇਸ ਟੌਪਿਕ ਤੇ। ਦਿੱਲੀ ਸਲਤਨਤ ਦਾ ਪ੍ਰਸ਼ਾਸਨ। ਹਾਂਜੀ, ਦਿੱਲੀ ਸਲਤਨਤ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਅਰਬੀ ਫਾਰਸੀ ਪ੍ਰਣਾਲੀ ਤੇ ਆਧਾਰਿਤ ਸੀ। ਪ੍ਰਸ਼ਾਸਨ ਦਾ ਜਿਹੜਾ ਕੇਂਦਰੀ ਬਿੰਦੂ ਹੈ ਉਹ ਰਾਜਾ ਜਾਂ ਸੁਲਤਾਨ ਸੀ ਤੇ ਸੁਲਤਾਨ ਹੈ ਜਿਹੜਾ ਉਸਨੇ ਰੱਬ ਦੇ ਨਾਂ ਤੇ ਜਿਹੜਾ ਹੈ ਉਹ ਰਾਜ ਕੀਤਾ। ਜਿਹੜਾ ਮੁਸਲਮਾਨ ਸ਼ਾਸਨ ਪ੍ਰਣਾਲੀ ਹੈ ਉਹਦਾ ਆਧਾਰ ਸੀ ਕੁਰਾਨ, ਜਿਹੜੀ ਕਿ ਉਹਨਾਂ ਦੀ ਪਵਿੱਤਰ ਧਾਰਮਿਕ ਕਿਤਾਬ ਸੀ। ਇਸ ਮੁਸਲਮਾਨ ਜਿਹੜਾ ਧਰਮ ਹੈ ਉਸ ਦੇ ਵਿੱਚ ਪੈਗੰਬਰ ਤੋਂ ਬਾਅਦ ਜਿਹੜਾ ਸਭ ਤੋਂ ਉੱਚਾ ਜਿਹੜਾ ਰੁਤਬਾ ਜਿਹੜਾ ਦਿੱਤਾ ਜਾਂਦਾ ਹੈ ਉਹ ਖਲੀਫਾ ਨੂੰ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਦਿੱਲੀ ਸਲਤਨਤ ਦੇ ਜਿਹੜੇ ਬਹੁਤੇ ਸ਼ਾਸਕਾਂ ਨੇ ਖਲੀਫਾ ਦਾ ਜਿਹੜਾ ਅਧਿਕਾਰ ਆ ਉਹ ਸਵੀਕਾਰ ਕੀਤਾ ਸੀਗਾ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ। ਕੇਵਲ ਅਲਾਉਦੀਨ ਖਿਲਜੀ ਅਤੇ ਮੁਬਾਰਕ ਖਿਲਜੀ ਇਹ ਦੋ ਮਾਤਰ ਜਿਹੜੇ ਸ਼ਾਸਕ ਸਨ ਦਿੱਲੀ ਸਲਤਨਤ ਦੇ ਵਿੱਚ ਜਿਨ੍ਹਾਂ ਨੇ ਖਲੀਫਾ ਦੀ ਦਖਲਅੰਦਾਜ਼ੀ ਨੂੰ ਪ੍ਰਸ਼ਾਸਨ ਦੇ ਵਿੱਚ ਸਵੀਕਾਰ ਨਹੀਂ ਕੀਤਾ। ਮੁਬਾਰਕ ਖਿਲਜੀ ਨੇ ਤਾਂ ਆਪਣੇ ਆਪ ਨੂੰ ਹੀ ਖਲੀਫਾ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਸੀ ਤੇ ਉਸ ਸਮੇਂ ਬਗਦਾਦ ਹੈ ਜਿਹੜਾ ਖਲੀਫਾ ਦੀ ਸ਼ਕਤੀ ਦਾ ਕੇਂਦਰ ਬਿੰਦੂ ਸੀ, ਪਰ ਬਾਅਦ ਵਿੱਚ ਇਹ ਮਿਸਰ ਤਬਦੀਲ ਹੋ ਗਿਆ। ਤੈਮੂਰ ਲੰਗ ਨੇ 14ਵੀਂ ਸਦੀ ਦੇ ਵਿੱਚ ਖਲੀਫਾ ਦੀ ਸ਼ਕਤੀ ਦਾ ਜਿਹੜਾ ਉਹ ਅੰਤ ਕਰ ਦਿੱਤਾ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਇਹ ਸਾਰੇ ਦੇ ਸਾਰੇ ਤੁਸੀਂ ਧਿਆਨ 'ਚ ਰੱਖਣੇ। ਦਿੱਲੀ ਸਲਤਨਤ ਦਾ ਪ੍ਰਸ਼ਾਸਨ ਕਿਸ ਪ੍ਰਣਾਲੀ ਦੇ ਆਧਾਰਿਤ ਸੀ? ਹਾਂਜੀ, ਇਹ ਅਰਬੀ ਫਾਰਸੀ ਜਿਹੜੀ ਹੈਗੀ ਆ ਪ੍ਰਣਾਲੀ ਸਿਸਟਮ ਆ ਉਹ 'ਤੇ ਆਧਾਰਿਤ ਸੀਗਾ, ਜਿਹਨੂੰ ਆਪਾਂ ਫਾਰਸੀ ਨੂੰ ਈਰਾਨੀ ਪੱਧਤੀ ਵੀ ਕਹਿ ਦਿੰਦੇ ਹਾਂ। ਤੇ ਜਿਹੜਾ ਦਿੱਲੀ ਦੇ ਸਲਤਨਤ ਦਾ ਜਿਹੜਾ ਸ਼ਾਸਕ ਸੀ ਬਲਬਨ, ਉਸਨੇ ਸਿਜਦਾ, ਪਾਬੋਸ ਤੇ ਨਵਰੋਜ਼, ਜਿਹਨੂੰ ਆਪਾਂ 9 ਰੋਜ਼ੇ ਕਹਿੰਦੇ ਆ, ਇਹ ਸਾਰੇ ਫਾਰਸੀ ਪ੍ਰਣਾਲੀ ਤੋਂ ਹੀ ਉਸਨੇ ਅਡਾਪਟ ਕੀਤੇ ਸੀ, ਅਪਣਾਏ ਸੀ। ਕਿਸ ਦਿੱਲੀ ਸਲਤਨਤ ਨੇ ਆਪਣੇ ਆਪ ਨੂੰ ਖਲੀਫਾ ਘੋਸ਼ਿਤ ਕੀਤਾ ਸੀ? ਹਾਂਜੀ, ਮੁਬਾਰਕ ਖਿਲਜੀ ਨੇ ਆਪਣੇ ਆਪ ਨੂੰ ਖਲੀਫਾ ਘੋਸ਼ਿਤ ਕੀਤਾ ਸੀ। ਦੀ ਮੋਸਟ ਰੂਲਰ ਅਮੀਰਸ ਐਂਡ ਸੁਲਤਾਨਸ ਆਫ ਸਲਤਨਤ ਪੀਰੀਅਡ ਬਿਲੋਂਗਸ ਟੂ ਕਲਾਸਿਸ। ਦੱਸਣੇ ਆ ਵੀ ਜਿਹੜੇ ਜ਼ਿਆਦਾਤਰ ਦਿੱਲੀ ਸਲਤਨਤ ਦੇ ਜਿਹੜੇ ਸ਼ਾਸਕ ਹੈ ਉਹ ਕਿਸ ਨੂੰ ਬਿਲੋਂਗ ਕਰਦੇ ਸੀ? ਹਾਂਜੀ, ਉਹ ਤੁਰਕਿਸ਼ ਸੀਗੇ, ਤੁਰਕ ਜਿਹੜੀ ਸੀਗੇ ਕਬੀਲੇ ਨੂੰ ਉਹ ਬਿਲੋਂਗ ਕਰਦੇ ਸੀਗੇ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, ਸੁਲਤਾਨ ਦੇ ਪ੍ਰਸ਼ਾਸਨਿਕ ਕੰਮਾਂ ਦੀ ਸਹਾਇਤਾ ਦੇ ਲਈ ਦੋ ਮੁੱਖ ਅਧਿਕਾਰੀ ਸਨ, ਇੱਕ ਵਜ਼ੀਰ ਤੇ ਦੂਸਰਾ ਅਮੀਰ। ਸਭ ਤੋਂ ਪਹਿਲਾਂ ਵਜ਼ੀਰ। ਦਿੱਲੀ ਸਲਤਨਤ ਦੇ ਸਮੇਂ ਦੇ ਦੌਰਾਨ ਜਿਹੜਾ ਵਜ਼ੀਰ ਦਾ ਸੁਨਹਿਰੀ ਜਿਹੜਾ ਦੌਰ ਹੈ ਉਹ ਤੁਗਲਕ, ਖਾਸ ਕਰਕੇ ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ਨੂੰ ਮੰਨਿਆ ਜਾਂਦਾ ਹੈ। ਉਸ ਦੇ ਵਜ਼ੀਰ ਦਾ ਨਾਂ ਸੀ ਖਾਨੇ ਜਹਾਂ ਮਕਬੂਲ, ਜਦੋਂ ਕਿ ਇਲਤੁਤਮਿਸ਼ ਦੇ ਵਜ਼ੀਰ ਦਾ ਨਾਂ ਸੀ ਮੁਹੰਮਦ ਬਿਨ ਖਾਨ ਜੁਨੈਦੀ। ਠੀਕ ਹੈ, ਧਿਆਨ 'ਚ ਰੱਖਣਾ ਹੈ। ਵਜ਼ੀਰ ਦਾ ਜਿਹੜਾ ਸੁਨਹਿਰੀ ਯੁੱਗ ਹੈ ਉਹ ਸੀਗਾ ਤੁਗਲਕ ਦਾ ਸ਼ਾਸਨ, ਖਾਸ ਤੌਰ 'ਤੇ ਫਿਰੋਜ਼ ਤੁਗਲਕ। ਤੇ ਬਲਬਨ ਦੇ ਸਮੇਂ ਦੇ ਵਿੱਚ ਵਜ਼ਾਰਤ ਜਾਂ ਵਜ਼ੀਰ ਦੀ ਮਹੱਤਤਾ ਜਿਹੜੀ ਉਹ ਖਤਮ ਸੀ। ਠੀਕ ਹੈ, ਧਿਆਨ 'ਚ ਰੱਖ ਲੈਣਾ। ਅਮੀਰਾਂ ਦਾ ਜਿਹੜਾ ਸੁਨਹਿਰੀ ਯੁੱਗ ਹੈ ਉਹ ਲੋਧੀਆਂ ਦੇ ਸਮੇਂ ਨੂੰ ਮੰਨਿਆ ਜਾਂਦਾ ਹੈ, ਕਿਉਂਕਿ ਲੋਧੀ ਸ਼ਾਸਕਾਂ ਨੇ ਅਫਗਾਨ ਰਾਜਿਆਂ ਦੇ ਨਾਲ ਜਿਹੜੇ ਸਬੰਧ ਭਾਈਚਾਰਕ ਸਾਂਝ 'ਤੇ ਆਧਾਰਿਤ ਸੀ। ਤੇ ਬਲਬਨ ਤੇ ਅਲਾਉਦੀਨ ਖਿਲਜੀ ਦੇ ਸਮੇਂ ਦੇ ਵਿੱਚ ਅਮੀਰਾਂ ਦਾ ਹੇਠਲਾ ਦੌਰ ਸੀਗਾ। ਠੀਕ ਹੈ, ਇਹਨਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ ਬਲਬਨ ਤੇ ਅਲਾਉਦੀਨ ਖਿਲਜੀ ਦੇ ਸਮੇਂ ਦੇ ਦੌਰਾਨ ਅਮੀਰਾਂ ਨੂੰ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਸਾਰੇ ਫੈਕਟ। ਮੰਤਰੀ ਮੰਡਲ। ਸੁਲਤਾਨ ਦੇ ਪ੍ਰਸ਼ਾਸਨਿਕ ਕੰਮਾਂ ਦੀ ਸਹਾਇਤਾ ਕਰਨ ਦੇ ਲਈ ਇੱਕ ਮੰਤਰੀ ਮੰਡਲ ਹੁੰਦੀ ਸੀ, ਉਹਦਾ ਨਾਮ ਸੀ ਮਜਲਿਸ ਏ ਖਲਵਤ। ਠੀਕ ਹੈ, ਧਿਆਨ 'ਚ ਰੱਖਣਾ ਹੈ। ਮਜਲਿਸ ਏ ਖਲਵਤ, ਇਹਨੂੰ ਮੰਤਰੀ ਮੰਡਲ ਕਿਹਾ ਜਾਂਦਾ ਹੈ। ਇਹ ਇੱਕ ਸਲਾਹ ਦੇਣ ਵਾਲੀ ਸੰਸਥਾ ਸੀ ਮਜਲਿਸ ਏ ਖਲਵਤ। ਤੇ ਮੰਤਰੀ ਮੰਡਲ ਜਾਂ ਮਜਲਿਸ ਏ ਖਲਵਤ ਇਹਦੇ 4 ਮਹੱਤਵਪੂਰਨ ਭਾਗ ਸਨ। ਸਭ ਤੋਂ ਪਹਿਲਾਂ ਹੈ ਦੀਵਾਨ ਏ ਵਜ਼ਾਰਤ। ਠੀਕ ਹੈ, ਧਿਆਨ ਰੱਖਣਾ ਹੈ। ਇਹ ਸਭ ਤੋਂ ਮਹੱਤਵਪੂਰਨ ਵਿਭਾਗ ਸੀ। ਇਹ ਆਰਥਿਕ ਮੰਤਰਾਲਾ ਜਾਂ ਆਰਥਿਕ ਵਿਭਾਗ ਸੀਗਾ। ਠੀਕ ਹੈ, ਧਿਆਨ 'ਚ ਰੱਖਣਾ ਇੰਪੋਰਟੈਂਟ ਹੈ। ਦੀਵਾਨ ਏ ਅਰਜ਼, ਵੈਰੀ ਇੰਪੋਰਟੈਂਟ ਹੈ। ਇਹ ਮਿਲਟਰੀ ਵਿਭਾਗ ਜਾਂ ਫੌਜੀ ਵਿਭਾਗ ਸੀ। ਇਸ ਵਿਭਾਗ ਦੀ ਸਥਾਪਨਾ ਬਲਬਨ ਨੇ ਕੀਤੀ ਸੀ, ਬਹੁਤ ਹੀ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਦੀਵਾਨ ਏ ਰਸਾਲਤ। ਠੀਕ ਹੈ ਜੀ, ਇਹ ਫੋਰਨ ਵਿਭਾਗ ਸੀਗਾ, ਫੋਰਨ ਮਿਨਿਸਟਰੀ ਸੀਗੀ, ਵਿਦੇਸ਼ ਵਿਭਾਗ ਜਿਹਨੂੰ ਕਹਿੰਦੇ ਨੇ ਆਪਾਂ। ਅੱਗੇ ਹੈ ਜੀ ਆਪਣੇ ਕੋਲ ਦੀਵਾਨ ਏ ਇੰਸ਼ਾ ਜਾਂ ਦੀਵਾਨ ਏ ਇੰਸ਼ਾ। ਇਹ ਇੱਕ ਗੁਪਤਚਰ ਤੇ ਪੱਤਰਾਚਾਰ ਵਿਭਾਗ ਸੀਗਾ। ਠੀਕ ਹੈ ਜੀ, ਕੋਰਸਪੋਂਡੈਂਟ ਜਿਹਦੇ ਵਿੱਚ ਜਿਹੜੇ ਪੱਤਰ ਲਿਖੇ ਜਾਂਦੇ ਸੀ। ਤੇ ਇੱਕ ਸਪਾਈ ਡਿਪਾਰਟਮੈਂਟ ਦਾ ਮਤਲਬ ਹੁੰਦਾ ਵੀ ਗੁਪਤਚਰ ਸੀ, ਸੂਹੀਏ ਰੱਖੇ ਹੋਏ ਸੀ ਇਹਦੇ ਵਿੱਚ। ਹਾਂਜੀ, ਉਸ ਤੋਂ ਬਾਅਦ ਹੈ ਦੀਵਾਨ ਏ ਵਜ਼ਾਰਤ। ਹਾਂਜੀ, ਇਹ ਸਭ ਤੋਂ ਮਹੱਤਵਪੂਰਨ ਵਿਭਾਗ ਸੀਗਾ। ਇਸ ਦਾ ਜਿਹੜਾ ਮੁਖੀ ਹੈ ਉਹ ਵਜ਼ੀਰ ਜਾਂ ਪ੍ਰਧਾਨ ਮੰਤਰੀ ਹੁੰਦਾ ਸੀਗਾ। ਤੇ ਇਸ ਦੀਵਾਨ ਏ ਵਜ਼ਾਰਤ ਦੇ ਨਾਲ ਕਈ ਵਿਭਾਗ ਜੁੜੇ ਹੋਏ ਸੀ, ਇਹਨਾਂ ਦਾ ਵੇਰਵਾ ਹੇਠਾਂ ਦਿੱਤਾ ਹੈ। ਸਭ ਤੋਂ ਪਹਿਲਾਂ ਹੈ ਦੀਵਾਨ ਏ ਇਸ਼ਰਾਫ। ਠੀਕ ਹੈ ਜੀ, ਇਹ ਆਡੀਟਰ ਵਿਭਾਗ ਸੀਗਾ। ਠੀਕ ਹੈ, ਆਡਿਟ ਕਰਦਾ ਸੀ ਲੇਖਿਆਂ ਦਾ। ਦੀਵਾਨ ਏ ਇਮਾਰਤ, ਇਹ ਲੋਕ ਨਿਰਮਾਣ ਵਿਭਾਗ ਸੀਗਾ। ਇਹਦੀ ਸਥਾਪਨਾ ਫਿਰੋਜ਼ ਸ਼ਾਹ ਤੁਗਲਕ ਨੇ ਕੀਤੀ ਸੀ, ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਦੀਵਾਨ ਏ ਅਮੀਰ ਕੋਹੀ, ਵੈਰੀ ਇੰਪੋਰਟੈਂਟ ਹੈ। ਇਹ ਖੇਤੀਬਾੜੀ ਵਿਭਾਗ ਸੀ। ਇਹਦੀ ਸਥਾਪਨਾ ਮੁਹੰਮਦ ਬਿਨ ਤੁਗਲਕ ਦੁਆਰਾ ਕੀਤੀ ਗਈ ਸੀ, ਬਹੁਤ ਹੀ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਦੀਵਾਨ ਏ ਅਮੀਰ ਕੋਹੀ ਜਾਂ ਦੀਵਾਨ ਏ ਕੋਹੀ। ਹਾਂਜੀ, ਦੀਵਾਨ ਏ ਵਕੂਫ, ਇਹ ਵੀ ਬਹੁਤ ਇੰਪੋਰਟੈਂਟ ਹੈ। ਇਹ ਖਰਚ ਵਿਭਾਗ ਸੀਗਾ, ਜਿਹੜੇ ਵੀ ਖਰਚ ਕੀਤੇ ਜਾਂਦੇ ਸੀ ਉਹਦੀ ਛਾਣਬੀਨ ਕਰਦਾ ਸੀਗਾ। ਤੇ ਇਹ ਜਲਾਲੂਦੀਨ ਖਿਲਜੀ ਨੇ ਇਸ ਵਿਭਾਗ ਦੀ ਜਿਹੜੀ ਸਥਾਪਨਾ ਕੀਤੀ ਸੀਗੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਦੀਵਾਨ ਏ ਵਕੂਫ। ਹਾਂਜੀ, ਉਸ ਤੋਂ ਬਾਅਦ ਹੈ ਦੀਵਾਨ ਏ ਮੁਸਤਖਰਾਜ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਹੈ ਵੀ। ਅਲਾਉਦੀਨ ਖਿਲਜੀ ਨੇ ਇਹਦੀ ਸਥਾਪਨਾ ਕੀਤੀ ਸੀ ਤੇ ਇਹ ਜਿਹੜਾ ਵੀ ਬਕਾਇਆ ਰਾਸ਼ੀ ਵਸੂਲ ਕਰਨਾ ਇਸ ਵਿਭਾਗ ਦੀ ਜ਼ਿੰਮੇਵਾਰੀ ਸੀ। ਠੀਕ ਹੈ ਜੀ, ਅੱਗੇ ਹੈ ਸਦਰੇ ਸਦੂਰ। ਇਹ ਧਾਰਮਿਕ ਮਾਮਲਿਆਂ ਦਾ ਵਿਭਾਗ ਸੀ, ਸਦਰੇ ਸਦੂਰ। ਤੇ ਬਰੀਦ ਖਾਸ, ਇਹ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ। ਬਰੀਦ ਜਿਹਦੇ ਨਾਲ ਵੀ ਜੁੜਿਆ ਹੋਵੇ। ਇਹ ਪੱਤਰ ਵਿਵਹਾਰ ਵਿਭਾਗ ਹੈ ਤੇ ਨਾਲ ਇਹ ਜਾਸੂਸੀ। ਠੀਕ ਹੈ, ਇਹ ਧਿਆਨ 'ਚ ਰੱਖਣਾ ਹੈ, ਜਾਸੂਸੀ ਵਿਭਾਗ ਹੈ। ਦੋਨੋਂ ਵਿਭਾਗ ਪੱਤਰ ਵਿਵਹਾਰ ਤੇ ਜਾਸੂਸੀ ਹੈ ਜਿਹੜੇ ਉਹ ਬਰੀਦ ਖਾਸ ਇਹਦੇ ਕੋਲ ਸਨ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਵਜ਼ੀਰ ਦੇ ਸਹਿਯੋਗੀ। ਹਾਂਜੀ, ਸਭ ਤੋਂ ਪਹਿਲਾਂ ਹੈ ਦੀਵਾਨ ਏ ਇੰਸ਼ਾ ਜਾਂ ਬਰੀਦ ਏ ਮਮਾਲਿਕ। ਜਦੋਂ ਵੀ ਬਰੀਦ ਸ਼ਬਦ ਆ ਜਾਣਾ ਇੱਥੇ ਸਮਝ ਜਾਣਾ ਹੈ ਇਹ ਖੁਫੀਆ ਵਿਭਾਗ ਦੀ ਗੱਲ ਹੋ ਰਹੀ ਹੈ, ਪੱਤਰ ਵਿਭਾਗ ਦੀ ਗੱਲ ਹੋ ਰਹੀ ਹੈ, ਗੁਪਤਚਰ ਵਿਭਾਗ ਦੀ ਗੱਲ ਹੋ ਰਹੀ ਹੈ। ਠੀਕ ਹੈ, ਬਰੀਦ ਏ ਮਮਾਲਿਕ ਜਾਂ ਦੀਵਾਨ ਏ ਇੰਸ਼ਾ
ਇਹ ਇਸ ਵਿਭਾਗ ਦਾ ਜਿਹੜਾ ਮੁਖੀ ਸੀ ਉਹ ਬਰੀਦ ਏ ਖਾਸ ਸੀ। ਇਹ ਖੁਫੀਆ ਵਿਭਾਗ ਹੈ ਤੇ ਇਹ ਜਿਹੜਾ ਬਰੀਦ ਏ ਖਾਸ ਹੈ ਇਹ ਗੁਪਤਚਰ ਵਿਭਾਗ ਦਾ ਮੁਖੀਆ ਇਸ ਨੂੰ ਕਿਹਾ ਜਾਂਦਾ ਹੈ। ਦੀਵਾਨ ਏ ਇਸਤਿਹਾਕ, ਠੀਕ ਹੈ ਜੀ, ਇਹ ਫਿਰੋਜ਼ ਸ਼ਾਹ ਤੁਗਲਕ ਦੁਆਰਾ ਇਹ ਸ਼ੁਰੂ ਕੀਤਾ ਗਿਆ ਸੀ। ਇਹ ਪੈਨਸ਼ਨ ਵਿਭਾਗ ਹੈ, ਜਿਹੜੇ ਸੈਨਿਕ ਮਰ ਜਾਂਦੇ ਸੀ ਉਹਨਾਂ ਦੇ ਜਿਹੜੇ ਪਰਿਵਾਰਾਂ ਨੂੰ ਪੈਨਸ਼ਨ ਦੇਣ ਦੇ ਲਈ ਇਹ ਸਥਾਪਿਤ ਕੀਤਾ ਗਿਆ ਸੀ, ਦੀਵਾਨ ਏ ਇਸਤਿਹਾਕ। ਦੀਵਾਨ ਏ ਖੈਰਾਤ, ਇਹ ਵੀ ਫਿਰੋਜ਼ ਸ਼ਾਹ ਤੁਗਲਕ ਦੁਆਰਾ ਇਹਦੀ ਸਥਾਪਨਾ ਕੀਤੀ ਗਈ ਸੀ ਲੋੜਵੰਦ ਤੇ ਗਰੀਬ ਲੋਕਾਂ ਦੀ ਮਦਦ ਦੇ ਵਾਸਤੇ। ਦਾਰੁਲ ਸ਼ਫਾ, ਦਾਰੁਲ ਸ਼ਫਾ ਇਹ ਇੱਕ ਚੈਰੀਟੇਬਲ ਹਸਪੀਟਲ ਸੀ, ਇਹਦੀ ਸਥਾਪਨਾ ਵੀ ਫਿਰੋਜ਼ ਸ਼ਾਹ ਤੁਗਲਕ ਦੁਆਰਾ ਕੀਤੀ ਗਈ ਸੀ। ਦੀਵਾਨ ਏ ਬੰਦਾਗਨ, ਇਹਦੀ ਸਥਾਪਨਾ ਵੀ ਫਿਰੋਜ਼ ਸ਼ਾਹ ਤੁਗਲਕ ਦੁਆਰਾ ਕੀਤੀ ਗਈ ਸੀ ਤੇ ਗੁਲਾਮਾਂ ਦੀ ਸਾਂਭ ਸੰਭਾਲ ਦੇ ਨਾਲ ਸੰਬੰਧਿਤ ਇਹ ਵਿਭਾਗ ਹੈ, ਠੀਕ ਹੈ ਜੀ, ਸਾਰੇ ਇੰਪੋਰਟੈਂਟ ਹੈ, ਧਿਆਨ ਚ ਰੱਖਣੇ ਜੀ। ਦੀਵਾਨ ਏ ਰਿਆਸਤ, ਹਾਂਜੀ, ਦੀਵਾਨ ਏ ਰਿਆਸਤ ਅਲਾਉਦੀਨ ਖਿਲਜੀ ਦੁਆਰਾ ਇਸ ਵਿਭਾਗ ਨੂੰ ਸ਼ੁਰੂ ਕੀਤਾ ਗਿਆ ਸੀ। ਇਹਦਾ ਮੁੱਖ ਕੰਮ ਬਾਜ਼ਾਰ ਦੇ ਵਿੱਚ ਕੀਮਤ ਪ੍ਰਣਾਲੀ ਨੂੰ ਕੰਟਰੋਲ ਕਰਨਾ ਤੇ ਬਾਜ਼ਾਰ ਨੂੰ ਕੰਟਰੋਲ ਕਰਨਾ ਸੀ। ਨਾਇਬੇ ਮਮਲਿਕਤ, ਨਾਇਬੇ ਮਮਲਿਕਤ ਇੱਕ ਅਹੁਦਾ ਸੀ, ਪਦ ਸੀਗਾ, ਜਿਹਦੀ ਸਥਾਪਨਾ ਬਹਿਰਾਮ ਸ਼ਾਹ ਦੇ ਸਮੇਂ ਦੇ ਵਿੱਚ ਮੀਰ ਤੁਰਕਾਂ ਦੁਆਰਾ ਕੀਤੀ ਗਈ ਸੀ ਤੇ ਇਹ ਜਿਹੜਾ ਪਦ ਹੈ ਸੁਲਤਾਨ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਇਸ ਪਦ ਦੁਆਰਾ ਕੀਤੀ ਜਾਂਦੀ ਸੀ, ਠੀਕ ਹੈ ਜੀ, ਧਿਆਨ ਰੱਖਣਾ ਹੈ। ਬਹਿਰਾਮ ਸ਼ਾਹ ਜਿਹੜਾ ਇਹ ਇਲਤੁਤਮਿਸ਼ ਦਾ ਮੁੰਡਾ ਤੇ ਰਜ਼ੀਆ ਸੁਲਤਾਨ ਦਾ ਭਰਾ ਸੀ। ਖਵਾਜਾ, ਹਾਂਜੀ, ਇਹ ਇੱਕ ਜਿਹੜਾ ਅਫਸਰ ਦਾ ਅਹੁਦਾ ਸੀਗਾ ਜਿਹਦਾ ਇਸ ਅਹੁਦੇ ਦਾ ਨਿਰਮਾਣ ਬਲਬਨ ਨੇ ਕਰਵਾਇਆ ਸੀਗਾ। ਇਹ ਇਕਤੇਦਾਰਾਂ ਦੇ ਨਿਗਰਾਨੀ ਰੱਖਣ ਦੇ ਵਾਸਤੇ, ਇਕਤੇਦਾਰਾਂ ਦੁਆਰਾ ਜੋ ਭ੍ਰਿਸ਼ਟਾਚਾਰ ਕੀਤਾ ਜਾਂਦਾ ਸੀਗਾ ਉਹਨੂੰ ਕੰਟਰੋਲ ਕਰਨ ਵਾਸਤੇ, ਉਹਨੂੰ ਰੋਕਣ ਵਾਸਤੇ, ਠੀਕ ਹੈ ਜੀ। ਇਕਤੇਦਾਰ ਕੀ ਕਰਦੇ ਸੀਗੇ ਵੀ ਜ਼ਿਆਦਾ ਜਿਹੜਾ ਮਾਲੀਆ ਇਕੱਠਾ ਕਰਦੇ ਸੀ ਹੇਠੋਂ ਤੇ ਜਿਹੜਾ ਸੁਲਤਾਨ ਆ ਉਹਨੂੰ ਬਹੁਤ ਘੱਟ ਭੇਜਦੇ ਸੀ, ਤਾਂ ਇਹ ਉਹਨਾਂ ਦੀ ਨਿਗਰਾਨੀ ਕਰਨ ਦੇ ਵਾਸਤੇ, ਇਕਤੇਦਾਰਾਂ ਦੀ ਆਮਦਨ ਨੂੰ ਕੰਟਰੋਲ ਕਰਨ ਵਾਸਤੇ, ਉਹਨਾਂ ਦਾ ਮੁਲਾਂਕਣ ਕਰਨ ਦੇ ਵਾਸਤੇ ਇਸ ਨਵੇਂ ਅਫਸਰ ਖਵਾਜਾ ਦੀ ਨਿਯੁਕਤੀ ਹੈ ਜਿਹੜੀ ਬਲਬਨ ਦੁਆਰਾ ਕੀਤੀ ਗਈ ਸੀ। ਬਹੁਤ ਇੰਪੋਰਟੈਂਟ ਹੈ, ਧਿਆਨ ਚ ਰੱਖਣਾ ਹੈ। ਨਾਇਬਾ ਮਮਲਿਕਤ ਵੀ ਬਹੁਤ ਮਸ਼ਹੂਰ ਹੈ ਤੇ ਦੀਵਾਨ ਏ ਰਿਆਸਤ ਵੀ, ਇਹ ਸਾਰੇ ਇੰਪੋਰਟੈਂਟ ਹੈ, ਧਿਆਨ ਚ ਰੱਖਣੇ। ਅਮੀਰ ਏ ਹਾਜ਼ਿਬ, ਹਾਂਜੀ, ਜਿਹੜਾ ਅਮੀਰ ਏ ਹਾਜ਼ਿਬ ਹੈ ਇਹਨੂੰ ਦਿੱਲੀ ਸਲਤਨਤ ਦੇ ਵਿੱਚ ਬਾਰਬਕ ਕਹਿ ਕੇ ਵੀ ਬੁਲਾਇਆ ਜਾਂਦਾ ਸੀ। ਇਸ ਅਧਿਕਾਰੀ ਦਾ ਜਿਹੜਾ ਮੁੱਖ ਕੰਮ ਸੀ ਉਹ ਸੀ ਦਰਬਾਰ ਦੇ ਵਿੱਚ ਸ਼ਿਸ਼ਟਾਚਾਰ ਤੇ ਦਰਬਾਰ ਦੀ ਸ਼ਾਨ ਨੂੰ ਕਾਇਮ ਰੱਖਣਾ। ਇਸ ਤੋਂ ਇਲਾਵਾ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਉਹ ਸੁਲਤਾਨ ਤੱਕ ਆਪਣੀ ਜਿਹੜੀ ਫਰਿਆਦ ਹੈ ਜਾਂ ਅਰਜ਼ੀ ਹੈ, ਠੀਕ ਹੈ ਜੀ, ਸਿੱਧੀ ਨਹੀਂ ਪਹੁੰਚਾ ਸਕਦਾ ਸੀ, ਉਹ ਅਮੀਰ ਏ ਹਾਜ਼ਿਬ ਕੋਲ ਜਮ੍ਹਾਂ ਕਰਾਉਂਦਾ ਸੀ ਤੇ ਉਸ ਤੋਂ ਬਾਅਦ ਹੀ ਉਹ ਸੁਲਤਾਨ ਕੋਲ ਪਹੁੰਚਦੀ ਸੀ। ਹਾਂਜੀ, ਮਵਾਜਿਬ, ਅੱਛਾ, ਇਹ ਕੀ ਚੀਜ਼ ਸੀਗੀ? ਮੁਆਜ਼ਬ ਹੈ ਜਿਹੜਾ ਸਿਪਾਹੀਆਂ ਨੂੰ ਨਗਦ ਵੇਤਨ ਦੇਣ ਨੂੰ ਮੁਆਜ਼ਬ ਕਿਹਾ ਜਾਂਦਾ ਸੀ, ਠੀਕ ਹੈ ਜੀ, ਧਿਆਨ ਚ ਰੱਖਣਾ ਹੈ, ਇੰਪੋਰਟੈਂਟ ਹੈ। ਤੇ ਜਿਹੜੀ ਨਗਦ ਵੇਤਨ ਜਿਹੜੀ ਦੇਣ ਦੀ ਪ੍ਰਥਾ ਹੈ ਉਹ ਅਲਾਉਦੀਨ ਖਿਲਜੀ ਦੁਆਰਾ ਸ਼ੁਰੂ ਕੀਤੀ ਗਈ ਸੀ, ਠੀਕ ਹੈ ਜੀ। ਇਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਇੱਕਤੇ ਦਿੱਤਾ ਜਾਂਦਾ ਸੀ, ਜ਼ਮੀਨ ਦਾ ਭਾਗ ਦੇ ਦਿੱਤਾ ਜਾਂਦਾ ਸੀਗਾ ਸੈਨਿਕਾਂ ਨੂੰ, ਫੌਜੀਆਂ ਨੂੰ, ਤੇ ਉਹਦੇ ਉੱਪਰ ਕੋਈ ਵੀ ਟੈਕਸ ਨਹੀਂ ਲਿਆ ਜਾਂਦਾ ਸੀ। ਵਿਦ ਰੈਫਰੈਂਸ ਟੂ ਦਿੱਲੀ ਸਲਤਨਤ, ਦੀਵਾਨ ਏ ਅਰਜ ਬਹੁਤ ਇੰਪੋਰਟੈਂਟ ਹੈ। ਦੀਵਾਨ ਏ ਅਰਜ, ਬਲਬਨ ਨੇ ਇਸ ਦੀਵਾਨ ਏ ਅਰਜ ਵਿਭਾਗ ਦੀ ਸਥਾਪਨਾ ਕੀਤੀ ਸੀ। ਇਹ ਮਿਲਟਰੀ ਜਾਂ ਫੌਜੀ ਵਿਭਾਗ ਹੈ, ਇਹਦਾ ਡਿਪਾਰਟਮੈਂਟ ਮਿਲਟਰੀ ਡਿਪਾਰਟਮੈਂਟ ਆਏਗਾ ਆਨਸਰ। ਵਿਚ ਆਫ ਦੀ ਫੋਲੋਇੰਗ ਪੇਅਰ ਇਜ਼ ਕਰੈਕਟਲੀ ਮੈਚਡ, ਦੱਸਣਾ ਇਹਨਾਂ ਵਿੱਚੋਂ ਕਿਹੜਾ ਸਹੀ ਤਰੀਕੇ ਨਾਲ ਮੈਚ ਕੀਤਾ ਗਿਆ ਹੈ। ਹਾਂਜੀ, ਦੀਵਾਨ ਏ ਬੰਦਾਗਨ ਫਿਰੋਜ਼ ਸ਼ਾਹ ਤੁਗਲਕ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਦੀਵਾਨ ਏ ਮੁਸਤਕਰਾਜ, ਠੀਕ ਹੈ, ਇਹ ਆਪਾਂ ਪੜ੍ਹ ਕੇ ਗਏ ਹਾਂ। ਮੁਸਤਕਰਾਜ ਦੀਵਾਨ ਹੈ ਜਿਹੜਾ ਇਹ ਅਲਾਉਦੀਨ ਖਿਲਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਤੇ ਬਲਬਨ ਹੈ, ਤੇ ਇਹਦਾ ਜਿਹੜਾ ਮੁੱਖ ਕੰਮ ਸੀ ਮੁਸਤਕਰਾਜ ਦਾ, ਇਹ ਜਿੰਨੇ ਵੀ ਬਕਾਏ ਸੀਗੇ ਉਹਨਾਂ ਨੂੰ ਇਕੱਠਾ ਕਰਨਾ ਸੀਗਾ। ਦੀਵਾਨ ਏ ਕੋਹੀ, ਹਾਂਜੀ, ਇਹ ਵੀ ਗਲਤ ਦਿੱਤਾ ਹੋਇਆ ਹੈ, ਇਹ ਮੁਹੰਮਦ ਬਿਨ ਤੁਗਲਕ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਖੇਤੀਬਾੜੀ ਵਿਭਾਗ ਸੀਗਾ, ਠੀਕ ਹੈ, ਯਾਦ ਰੱਖ ਲੈਣਾ ਹੈ, ਐਗਰੀਕਲਚਰ ਡਿਪਾਰਟਮੈਂਟ ਸੀਗਾ, ਮੁਹੰਮਦ ਬਿਨ ਤੁਗਲਕ ਨੇ ਸ਼ੁਰੂ ਕੀਤਾ ਸੀ। ਹਾਂਜੀ, ਦੀਵਾਨ ਏ ਅਰਜ, ਇਹ ਇੱਕ ਮਿਲਟਰੀ ਡਿਪਾਰਟਮੈਂਟ ਸੀਗਾ ਤੇ ਬਲਬਨ ਨੇ ਸ਼ੁਰੂ ਕੀਤਾ ਸੀ, ਇਹ ਵੀ ਗਲਤ ਹੋ ਗਿਆ ਜੀ, ਠੀਕ ਹੈ ਜੀ, ਧਿਆਨ ਰੱਖਣਾ ਹੈ। ਬਲਬਨ ਨੇ ਦੀਵਾਨ ਏ ਅਰਜ, ਦੀਵਾਨ ਏ ਕੋਹੀ ਹੈ ਜਿਹੜਾ ਇਹ ਮੁਹੰਮਦ ਬਿਨ ਤੁਗਲਕ ਐਗਰੀਕਲਚਰ ਡਿਪਾਰਟਮੈਂਟ ਸੀਗਾ, ਤੇ ਦੀਵਾਨ ਏ ਮੁਸਤਕਰਾਜ ਜਿਹੜਾ ਕਿ ਬਕਾਏ ਇਕੱਠਾ ਕਰਦਾ ਸੀ ਬਾਜ਼ਾਰ ਦੇ ਵਿੱਚੋਂ, ਅਲਾਉਦੀਨ ਖਿਲਜੀ ਨੇ ਇਹਦੀ ਸਥਾਪਨਾ ਕੀਤੀ ਸੀ। ਇਹਦਾ ਰਾਈਟ ਆਨਸਰ ਬਣ ਜਾਏਗਾ ਫਿਰ ਦੀਵਾਨ ਏ ਬੰਦਾਗਨ। ਲਿਸਟ 1 ਤੇ ਲਿਸਟ 2 ਨੂੰ ਮੈਚ ਕਰਨਾ ਹੈ ਤੇ ਦੱਸਣਾ ਹੈ ਵੀ ਕੀ ਸਹੀ ਬਣੇਗਾ ਆਨਸਰ। ਦੀਵਾਨ ਏ ਅਰਜ ਹੈ ਇਹ ਬਲਬਨ ਨੇ ਸ਼ੁਰੂ ਕੀਤਾ ਸੀ ਤੇ ਮਿਲਟਰੀ ਡਿਪਾਰਟਮੈਂਟ ਸੀ, ਇਹਦਾ ਰਾਈਟ ਆਨਸਰ ਬਣੇਗਾ ਫਿਰ 4। ਦੀਵਾਨ ਏ ਰਿਸਾਲਤ, ਇਹ ਇੱਕ ਫੋਰਨ ਡਿਪਾਰਟਮੈਂਟ ਹੈ, ਇਹਦਾ ਰਾਈਟ ਆਨਸਰ ਬਣੇਗਾ 1। ਦੀਵਾਨ ਏ ਇੰਸ਼ਾ ਜਾਂ ਦੀਵਾਨ ਏ ਬਿਦਰ, ਹਾਂਜੀ, ਇਹ ਇੱਕ ਕੋਰਸਪੋਂਡੈਂਟ ਡਿਪਾਰਟਮੈਂਟ ਹੈ, ਇਹਦਾ ਰਾਈਟ ਆਨਸਰ ਬਣੇਗਾ ਪੱਤਰ ਵਿਭਾਗ ਹੈ ਜਾਂ ਗੁਪਤਚਰ ਵਿਭਾਗ ਹੈ, ਇਹਦਾ ਆਨਸਰ ਬਣੇਗਾ 2। ਦੀਵਾਨ ਏ ਵਜ਼ਾਰਤ, ਠੀਕ ਹੈ ਜੀ, ਇਹਦਾ ਰਾਈਟ ਆਨਸਰ ਬਣੇਗਾ ਇੱਕ ਫਾਈਨੈਂਸ ਵਿਭਾਗ ਹੈ, ਵਿੱਤ ਵਿਭਾਗ ਹੈ, ਇਹਦਾ ਰਾਈਟ ਆਨਸਰ ਬਣੇਗਾ 3, ਠੀਕ ਹੈ ਜੀ, ਇਸ ਤਰ੍ਹਾਂ ਇਹ ਮੈਚ ਹੋ ਜਾਏਗਾ, ਇਹ ਧਿਆਨ ਚ ਰੱਖਣਾ ਜੀ। ਵਿਚ ਵਨ ਆਫ ਦੀ ਫੋਲੋਇੰਗ ਇਜ਼ ਨਾਟ ਕਰੈਕਟਲੀ ਮੈਚਡ, ਦੱਸਣਾ ਇਹਨਾਂ ਵਿੱਚੋਂ ਸਹੀ ਤਰੀਕੇ ਨਾਲ ਮੈਚ ਨਹੀਂ ਕੀਤਾ ਗਿਆ। ਦੀਵਾਨ ਏ ਮੁਸਤਕਰਾਜ ਅਲਾਉਦੀਨ ਖਿਲਜੀ, ਬਿਲਕੁਲ ਰਾਈਟ ਹੈ, ਬਕਾਇਆ ਇਕੱਠਾ ਕਰਨ ਵਾਸਤੇ ਇਹਦੀ ਸਥਾਪਨਾ ਕੀਤੀ ਗਈ ਸੀ। ਦੀਵਾਨ ਏ ਅਮੀਰ ਕੋਹੀ ਐਗਰੀਕਲਚਰ ਡਿਪਾਰਟਮੈਂਟ ਹੈ, ਮੁਹੰਮਦ ਬਿਨ ਤੁਗਲਕ, ਬਿਲਕੁਲ ਰਾਈਟ ਹੈ ਜੀ ਆਨਸਰ। ਦੀਵਾਨ ਏ ਖਿਰਾਤ, ਲੋੜਵੰਦ ਲੋਕਾਂ ਨੂੰ ਸਹਾਇਤਾ ਦੇਣ ਵਾਸਤੇ ਇਹਦੀ ਸ਼ੁਰੂਆਤ ਕੀਤੀ ਗਈ ਸੀ, ਬਿਲਕੁਲ ਸਹੀ ਹੈ, ਫਿਰੋਜ਼ ਸ਼ਾਹ ਤੁਗਲਕ ਨੇ ਕੀਤੀ ਸੀ ਇਹਦੀ। ਦੀਵਾਨ ਏ ਰਿਆਸਤ, ਠੀਕ ਹੈ, ਦੀਵਾਨ ਏ ਰਿਆਸਤ ਹੈ, ਇਹ ਬਲਬਨ ਨੇ ਨਹੀਂ ਸ਼ੁਰੂ ਕੀਤੀ ਸੀਗੀ, ਇਹ ਅਲਾਉਦੀਨ ਖਿਲਜੀ ਨੇ ਇਹ ਸ਼ੁਰੂ ਕੀਤੀ ਸੀਗੀ, ਠੀਕ ਹੈ ਜੀ। ਬਾਜ਼ਾਰ ਨੂੰ ਕੰਟਰੋਲ ਕਰਨ ਵਾਸਤੇ ਦੀਵਾਨ ਏ ਰਿਆਸਤ ਹੈ ਜਿਹੜਾ ਇਹਦੀ ਸਥਾਪਨਾ ਕੀਤੀ ਸੀ, ਇਹ ਧਿਆਨ ਚ ਰੱਖਣਾ। ਦੀਵਾਨ ਏ ਅਰਜ ਵੈਰੀ ਇੰਪੋਰਟੈਂਟ ਹੈ, ਇਹ ਬਹੁਤ ਸਾਰੇ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ। ਬਲਬਨ ਨੇ ਸ਼ੁਰੂ ਕੀਤਾ ਸੀ ਦੀਵਾਨ ਏ ਅਰਜ, ਇਹ ਮਿਲਟਰੀ ਡਿਪਾਰਟਮੈਂਟ ਸੀਗਾ, ਇਹਨੂੰ ਆਪਾਂ ਡਿਫੈਂਸ ਕਵਾਂਗੇ ਇੱਥੇ, ਇਹਦਾ ਰਾਈਟ ਆਨਸਰ ਬਣੇਗਾ ਡਿਫੈਂਸ। ਡਿਊਰਿੰਗ ਦੀ ਦਿੱਲੀ ਸਲਤਨਤ ਹੂ ਅਮੰਗ ਦੀ ਫੋਲੋਇੰਗ ਵਾਰ ਕਾਲਡ ਦੀ ਬਰੀਦਸ, ਬਰੀਦ ਕਿਹਨੂੰ ਕਿਹਾ ਜਾਂਦਾ ਸੀ? ਬਰੀਦ ਇਹ ਗੁਪਤਚਰ ਵਿਭਾਗ ਸੀਗਾ, ਕੋਰਸਪੋਂਡੈਂਸ ਪੱਤਰ ਵਿਭਾਗ ਦਾ ਵੀ ਕੰਮ ਕਰਦੇ ਸੀਗੇ, ਠੀਕ ਹੈ ਜੀ, ਤੇ ਇਹਦਾ ਜਿਹੜਾ ਰਾਈਟ ਆਨਸਰ ਬਣੇਗਾ ਨਿਊਜ਼ ਰਿਪੋਰਟਰ ਜਾਂ ਸਪਾਈ ਜਾਸੂਸ, ਠੀਕ ਹੈ ਜੀ, ਇਹ ਬਣੇਗਾ। ਹਾਂਜੀ, ਕੇਂਦਰੀ ਪ੍ਰਸ਼ਾਸਨ, ਜਿਹੜਾ ਪ੍ਰਸ਼ਾਸਨ ਹੈ ਉਹਨੂੰ ਸਭ ਤੋਂ ਪਹਿਲਾਂ ਸਾਮਰਾਜ ਜਾਂ ਕੇਂਦਰ ਨੂੰ ਸੂਬੇ ਦੇ ਵਿੱਚ ਜਿਹਨੂੰ ਇਕਤਾ ਕਿਹਾ ਜਾਂਦਾ ਸੀ ਉਹਦੇ ਵਿੱਚ ਵੰਡਿਆ ਗਿਆ ਸੀ। ਇਕਤੇ ਨੂੰ ਗਾਂ ਸਿੱਕ ਜਾਂ ਜ਼ਿਲ੍ਹੇ ਦੇ ਵਿੱਚ ਵੰਡਿਆ ਜਾਂਦਾ ਸੀ, ਸਿੱਕ ਨੂੰ ਪਰਗਨਾ ਦੇ ਵਿੱਚ ਜਾਂ ਤਹਿਸੀਲ ਵਿੱਚ ਵੰਡਿਆ ਜਾਂਦਾ ਸੀ, ਤੇ ਸਭ ਤੋਂ ਛੋਟੀ ਇਕਾਈ ਜਿਹੜੇ ਉਹ ਪਿੰਡ ਸੀ, ਠੀਕ ਹੈ, ਧਿਆਨ ਚ ਰੱਖਣਾ ਜੀ, ਬਹੁਤ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਸਹੀ ਜਿਹੜਾ ਤਰਤੀਬ ਆ ਕੀ ਲੱਗੇਗੀ, ਤਾਂ ਕੇਂਦਰ, ਇਕਤਾ, ਸਿੱਕ, ਪਰਗਨਾ ਤੇ ਪਿੰਡ। ਸਭ ਤੋਂ ਪਹਿਲਾਂ ਪੜ੍ਹਦੇ ਹਾਂ ਜੀ ਇਕਤਾ। ਜਿਹੜਾ ਪ੍ਰਾਂਤਾਂ ਨੂੰ ਇਕਤਾ ਜਾਂ ਅਕਤਾ ਕਿਹਾ ਜਾਂਦਾ ਸੀ,
ਇਲਤੁਤਮਿਸ਼ ਨੇ ਭਾਰਤ ਦੇ ਵਿੱਚ ਇਕਤਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। ਵੈਰੀ ਵੈਰੀ ਇੰਪੋਰਟੈਂਟ ਹੈ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਇਕਤਾ ਪ੍ਰਣਾਲੀ ਦੇ ਤਹਿਤ ਜਿਹੜਾ ਸਾਮਰਾਜ ਦੀ ਭੂਮੀ ਆ ਉਹਨੂੰ ਵੱਡੇ ਜਾਂ ਛੋਟੇ ਖੇਤਰ ਵਿੱਚ ਵੰਡਿਆ ਜਾਂਦਾ ਸੀ। ਭੂਮੀ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ ਪੂਰੇ ਸਾਮਰਾਜ ਨੂੰ ਛੋਟੇ ਜਾਂ ਵੱਡੇ ਏਰੀਏ ਦੇ ਵਿੱਚ, ਜਿਸ ਨੂੰ ਇਕਤਾ ਕਿਹਾ ਜਾਂਦਾ ਸੀ, ਠੀਕ ਹੈ ਜੀ। ਇਹ ਇਕਤਾ ਸੁਲਤਾਨ ਵੱਲੋਂ ਆਪਣੇ ਸਿਪਾਹੀਆਂ, ਅਫਸਰਾਂ ਤੇ ਅਹਿਲਕਾਰਾਂ ਨੂੰ ਦਿੱਤਾ ਜਾਂਦਾ ਸੀ ਤਨਖਾਹ ਦੇ ਬਦਲੇ। ਤਨਖਾਹ ਨਹੀਂ ਦਿੱਤੀ ਜਾਂਦੀ ਸੀ, ਜ਼ਮੀਨ ਦੇ ਦਿੱਤੀ ਜਾਂਦੀ ਸੀ ਜਿਹਦੇ ਉੱਪਰ ਉਹ ਖੇਤੀ ਕਰਦੇ ਸੀ ਤੇ ਖੇਤੀ ਤੋਂ ਇਹਨਾਂ ਸਿਪਾਹੀਆਂ ਨੂੰ ਆਮਦਨ ਹੁੰਦੀ ਸੀ, ਠੀਕ ਹੈ ਜੀ। ਸ਼ੁਰੂ ਵਿੱਚ ਇਕਤਾ ਤਨਖਾਹ ਤੇ ਆਧਾਰਿਤ ਸੀ, ਵੀ ਤਨਖਾਹ ਦੇ ਬਦਲੇ ਦਿੱਤਾ ਜਾਂਦਾ ਸੀ ਜ਼ਮੀਨ ਦਾ ਭਾਗ, ਪਰ ਬਾਅਦ ਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਨੇ ਇਸ ਨੂੰ ਖਾਨਦਾਨੀ ਬਣਾ ਦਿੱਤਾ, ਠੀਕ ਹੈ ਜੀ। ਪੀੜ੍ਹੀ ਦਰ ਪੀੜ੍ਹੀ ਅੱਗੇ ਇਹ ਜਿਹੜੀ ਇਕਤਾ ਟਰਾਂਸਫਰ ਹੋ ਜਾਂਦੀ ਸੀ। ਦਿੱਲੀ ਦੇ ਸੁਲਤਾਨਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਇਕਤਾ ਹੈ ਉਹ ਮੁਹੰਮਦ ਬਿਨ ਤੁਗਲਕ ਦੇ ਸਮੇਂ ਸੀ। ਇਹ ਧਿਆਨ 'ਚ ਰੱਖਣਾ ਇੰਪੋਰਟੈਂਟ ਹੈ ਜੀ। ਇਹ ਇਕਤਾ ਦੇ ਮੁਖੀ ਨੂੰ ਇਕਤਦਾਰ ਜਾਂ ਮੁਖਤਾ ਜਾਂ ਵਲੀ ਕਿਹਾ ਜਾਂਦਾ ਸੀ। ਧਿਆਨ 'ਚ ਰੱਖ ਲੈਣਾ, ਇਕਤਦਾਰ, ਮੁਖਤਾ ਜਾਂ ਵਲੀ ਕਿਹਾ ਜਾਂਦਾ ਸੀ। ਅਲਾਉਦੀਨ ਖਿਲਜੀ ਨੇ ਇਕਤਾ ਪ੍ਰਣਾਲੀ ਨੂੰ ਖਤਮ ਕਰ ਦਿੱਤਾ। ਇਲਤੁਤਮਿਸ਼ ਨੇ ਇਸ ਨੂੰ ਸ਼ੁਰੂ ਕੀਤਾ ਸੀ, ਅਲਾਉਦੀਨ ਖਿਲਜੀ ਨੇ ਇਸ ਨੂੰ ਖਤਮ ਕਰ ਦਿੱਤਾ। ਹਾਂਜੀ, ਜਿਹੜਾ ਸੀ ਕੇਂਦਰ ਉਸ ਨੂੰ ਇਕਤਾ ਵਿੱਚ ਵੰਡਿਆ ਜਾਂਦਾ ਸੀ ਤੇ ਇਕਤਾ ਨੂੰ ਗਾਂ ਸਿੱਖ ਜਾਂ ਜ਼ਿਲ੍ਹੇ ਦੇ ਵਿੱਚ ਵੰਡਿਆ ਜਾਂਦਾ ਸੀ। ਬਲਬਨ ਦੇ ਸਮੇਂ ਇਕਤਾ ਨੂੰ ਜ਼ਿਲ੍ਹਿਆਂ ਜਾਂ ਸਿੱਖ ਦੇ ਵਿੱਚ ਵੰਡਿਆ ਗਿਆ। ਸਿੱਖ ਦੇ ਮੁਖੀ ਨੂੰ ਸਿੱਖਦਾਰ ਕਿਹਾ ਜਾਂਦਾ ਸੀ, ਠੀਕ ਹੈ ਜੀ। ਜ਼ਿਲ੍ਹੇ ਦੀ ਸਾਰੀ ਵਾਂਗਡੋਰ ਇਹਦੇ ਹੱਥ ਵਿੱਚ ਸੀ ਸਿੱਖ ਦੇ। ਪਰਗਨਾ, ਜਿਹਨੂੰ ਤਹਿਸੀਲ ਕਹਿ ਦਿੰਦੇ ਆ, ਜ਼ਿਲ੍ਹਾ ਜਾਂ ਸਿੱਖ ਨੂੰ ਗਾਂ ਪਰਗਨਾ ਤਹਿਸੀਲਾਂ ਦੇ ਵਿੱਚ ਵੰਡਿਆ ਜਾਂਦਾ ਸੀ ਤੇ ਆਮਿਲਾ ਇਹਦਾ ਮੁੱਖ ਅਫਸਰ ਹੁੰਦਾ ਸੀ ਤੇ ਸਾਰੇ ਤਹਿਸੀਲ ਦੇ ਕੰਮ ਇਹਦੀ ਜ਼ਿੰਮੇਵਾਰੀ ਹੁੰਦੀ ਸੀ। ਸਭ ਤੋਂ ਛੋਟੀ ਇਕਾਈ ਪਿੰਡ ਸੀ ਤੇ ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਸੀ। ਪਿੰਡ ਦੇ ਵਿੱਚ ਜਿਹੜੇ ਜ਼ਿਮੀਂਦਾਰ ਲੋਕ ਆ ਉਹਨਾਂ ਨੂੰ ਖੂਤ ਕਿਹਾ ਜਾਂਦਾ ਸੀ ਤੇ ਆਮ ਕਿਸਾਨਾਂ ਨੂੰ ਬਲਾਹਾਰ ਕਿਹਾ ਜਾਂਦਾ ਸੀ। ਇਹ ਇੰਪੋਰਟੈਂਟ ਹੈ ਜੀ, ਧਿਆਨ 'ਚ ਰੱਖਣਾ ਜੀ। ਮੁਕੱਦਮ ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ, ਪਿੰਡ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਮੁਕੱਦਮ। ਦੈਟ ਪਾਰਟ ਆਫ ਲੈਂਡ ਗ੍ਰਾਂਟਡ ਬਾਈ ਦੀ ਸੁਲਤਾਨ ਟੂ ਮਿਲਟਰੀ ਚੀਫ। ਮਿਲਟਰੀ ਦੇ ਜਿਹੜੇ ਮੁਖੀ ਆ ਉਹਨਾਂ ਨੂੰ ਸੁਲਤਾਨ ਦੁਆਰਾ ਜਿਹੜਾ ਲੈਂਡ ਦਾ ਪਾਰਟ ਦਿੱਤਾ ਜਾਂਦਾ ਸੀ, ਠੀਕ ਹੈ ਜੀ। ਇਹ ਵੈਸੇ ਉਹਨਾਂ ਦੀ ਤਨਖਾਹ ਦੇ ਬਦਲੇ ਦਿੱਤਾ ਜਾਂਦਾ ਸੀ। ਇਹਨੂੰ ਇਕਤਾ ਕਹਿੰਦੇ ਆਪਾਂ। ਕੀ ਕਹਿੰਦੇ ਆ ਜੀ ਆਪਾਂ? ਇਕਤਾ। ਵਿਚ ਆਫ ਦੀ ਫੋਲੋਇੰਗ ਰੂਲਰਸ ਆਫ ਦਿੱਲੀ ਸਲਤਨਤ ਅਬੋਲਿਸ਼ ਦੀ ਇਕਤਾ। ਦੱਸਣਾ ਹੈ ਦਿੱਲੀ ਦੇ ਕਿਸ ਸੁਲਤਾਨ ਨੇ ਇਕਤਾ ਪ੍ਰਥਾ ਨੂੰ ਖਤਮ ਕੀਤਾ ਸੀ? ਸ਼ੁਰੂ ਇਲਤੁਤਮਿਸ਼ ਨੇ ਕੀਤਾ ਸੀ ਤੇ ਅਲਾਉਦੀਨ ਖਿਲਜੀ ਨੇ ਇਸ ਨੂੰ ਖਤਮ ਕੀਤਾ ਸੀ। ਹਾਂਜੀ, ਇਸ ਤੋਂ ਬਾਅਦ ਹੈ ਵਿੱਤ ਪ੍ਰਣਾਲੀ, ਫਾਈਨੈਂਸ ਸਿਸਟਮ। ਸੁਲਤਾਨ ਦੀ ਜਿਹੜੀ ਵਿੱਤ ਪ੍ਰਣਾਲੀ ਹੈ ਸੁੰਨੀ ਕਾਨੂੰਨ ਤੇ ਸਿਧਾਂਤਾਂ ਦੇ ਆਧਾਰਿਤ ਸੀ, ਜਾਣੀ ਕਿ ਮੁਸਲਮਾਨ ਧਰਮ ਦੇ ਅਨੁਸਾਰ ਸੀ। ਹਾਂਜੀ, ਇਹਦੇ ਵਿੱਚ ਕਿਹੜੇ ਟੈਕਸ ਲਗਾਏ ਜਾਂਦੇ ਸੀਗੇ ਸਿਸਟਮ ਦੇ ਵਿੱਚ? ਸਭ ਤੋਂ ਪਹਿਲਾਂ ਜਜ਼ੀਆ। ਇਹ ਗੈਰ ਮੁਸਲਮਾਨਾਂ ਤੇ ਲਗਾਇਆ ਜਾਣ ਵਾਲਾ ਕਰ ਸੀਗਾ, ਕਿਉਂਕਿ ਇਹ ਜਿਹੜੇ ਗੈਰ ਮੁਸਲਮਾਨ ਜਾਂ ਹਿੰਦੂ ਲੋਕ ਜਾਂ ਸਿੱਖ ਜਾਂ ਕੋਈ ਵੀ ਬੋਧੀ ਪਾਰਸੀ ਜਿਹੜੇ ਵੀ ਆ ਜਾਂਦੇ ਸੀਗੇ, ਇਹ ਜਿਹੜੇ ਲੋਕ ਸੀਗੇ ਇਹਨਾਂ ਨੂੰ ਫੌਜ ਦੇ ਵਿੱਚ ਸੇਵਾ ਕਰਨ ਦਾ ਅਧਿਕਾਰ ਨਹੀਂ ਸੀ। ਸਿਰਫ ਮੁਸਲਮਾਨ ਹੀ ਫੌਜੀ ਸੇਵਾ ਕਰਦੇ ਸੀ ਤੇ ਇਸ ਕਰਕੇ ਉਹਨਾਂ ਦੀ ਸੁਰੱਖਿਆ ਦੇ ਬਦਲੇ ਦੇ ਵਿੱਚ ਉਹਨਾਂ ਤੋਂ ਇਹ ਜਜ਼ੀਆ ਕਰ ਲਿਆ ਜਾਂਦਾ ਸੀ। ਹਾਂਜੀ, ਫਿਰੋਜ਼ ਤੁਗਲਕ ਨੇ ਪਹਿਲੀ ਵਾਰ ਬ੍ਰਾਹਮਣਾਂ ਤੇ ਜਜ਼ੀਆ ਕਰ ਲਗਾਇਆ ਸੀ। ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਮੱਧਕਾਲੀਨ ਦੇ ਵਿੱਚ ਕਸ਼ਮੀਰ ਦਾ ਜਿਹੜਾ ਬਾਦਸ਼ਾਹ ਸੀ ਜੈਨੂਲ ਆਬਾਦੀ, ਉਸ ਦੁਆਰਾ ਸਭ ਤੋਂ ਪਹਿਲਾਂ ਜਜ਼ੀਆ ਕਰ ਨੂੰ ਸਮਾਪਤ ਕਰ ਦਿੱਤਾ ਗਿਆ। ਫਿਰ ਬਾਹਮਣੀ ਸਲਤਨਤ ਦੇ ਜਿਹੜਾ ਸ਼ਾਸਕ ਸੀ ਅਲਾਉਦੀਨ ਹਸਨ ਬਾਹਮਣ ਸ਼ਾਹ, ਉਸ ਦੁਆਰਾ ਵੀ ਜਜ਼ੀਆ ਕਰ ਖਤਮ ਕਰ ਦਿੱਤਾ ਗਿਆ। ਹਾਂਜੀ, ਇਸ ਨੂੰ ਮੁਗਲ ਕਾਲ ਦੌਰਾਨ ਅਕਬਰ ਨੇ ਖਤਮ ਕੀਤਾ ਸੀ। ਫਿਰ ਔਰੰਗਜ਼ੇਬ ਨੇ ਦੁਆਰਾ ਪੁਨਰ ਲਗਾ ਦਿੱਤਾ ਗਿਆ, ਜਿਸ ਦਾ ਮੇਵਾੜ ਦੇ ਸ਼ਾਸਕ ਰਾਜ ਸਿੰਘ ਨੇ ਵਿਰੋਧ ਕੀਤਾ। ਔਰੰਗਜ਼ੇਬ ਤੋਂ ਬਾਅਦ ਔਰੰਗਜ਼ੇਬ ਦਾ ਬੇਟਾ ਸੀ ਜਿਹੜਾ ਜਹਾਂਗੀਰ ਸ਼ਾਹ, ਉਸ ਨੇ ਸਭ ਤੋਂ ਪਹਿਲਾਂ ਇਹਨੂੰ ਖਤਮ ਕੀਤਾ ਜਜ਼ੀਆ ਕਰ ਨੂੰ। ਉਸ ਤੋਂ ਬਾਅਦ ਫਰੁਖਸ਼ੀਰ ਨੇ ਵੀ ਇਸ ਨੀਤੀ ਨੂੰ ਅਪਣਾਇਆ ਸੀ। ਉਸ ਤੋਂ ਬਾਅਦ ਦੂਸਰਾ ਇਹ ਸੀ ਜਜ਼ੀਆ ਕਰ, ਜਿਹੜਾ ਕਿ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ। ਉਸ ਤੋਂ ਬਾਅਦ ਜ਼ਕਾਤ, ਇਹ ਇੱਕ ਧਾਰਮਿਕ ਟੈਕਸ ਸੀਗਾ। ਇਹ 1/40 ਜਿਹਨੂੰ 2.5% ਵੀ ਕਹਿ ਸਕਦੇ ਹਾਂ ਆਪਾਂ, ਇਹ ਟੈਕਸ ਸੀ। ਇਸ ਟੈਕਸ ਦਾ ਇਹ ਹੱਕ ਕਾਜ਼ੀ ਦਾ ਹੁੰਦਾ ਸੀ। ਇਹ ਸਿਰਫ ਅਮੀਰ ਮੁਸਲਮਾਨਾਂ ਤੋਂ ਹੀ ਲਿਆ ਜਾਂਦਾ ਸੀ, ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ, ਇੰਪੋਰਟੈਂਟ ਹੈ। ਖਰਾਜ, ਖਰਾਜ ਹੈ ਇਹ ਜ਼ਮੀਨ ਮਾਲੀਆ ਸੀ, ਇੱਕ ਤਰ੍ਹਾਂ ਦਾ ਲਗਾਨ ਸੀ। ਇਸ ਦੀ ਜਿਹੜੀ ਮਾਤਰਾ 33% ਜਾਂ 1/3 ਹਿੱਸਾ ਸੀ, ਪਰ ਅਲਾਉਦੀਨ ਵਰਗੇ ਸ਼ਾਸਕਾਂ ਨੇ ਖਰਾਜ ਜਿਹੜਾ ਉਹ 50% ਤੱਕ ਇਹਨੂੰ ਵਧਾ ਦਿੱਤਾ ਸੀ। ਉਸਰ, ਇਹ ਵੀ ਇੱਕ ਤਰ੍ਹਾਂ ਦਾ ਲਗਾਨ ਸੀ, ਜ਼ਮੀਨ ਦੇ ਮਾਲੀਏ ਦੇ ਰੂਪ ਵਿੱਚ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ। ਧਿਆਨ ਰੱਖਣਾ, ਮੁਸਲਮਾਨਾਂ ਤੋਂ ਲੈ ਜਾਂਦੇ ਉਸਰ, ਇਹ 10% ਸੀ। ਖਮਸ, ਇਹ ਯੁੱਧ ਵਿੱਚ ਲੁੱਟ ਦਾ ਹਿੱਸਾ ਸੀ, ਠੀਕ ਹੈ ਜੀ। ਤੇ ਇਹਦੇ ਵਿੱਚ ਸ਼ੁਰੂ ਦੇ ਵਿੱਚ ਕੁਰਾਨ ਕੀ ਕਹਿੰਦਾ ਹੈ, ਜਿਹੜਾ ਧਾਰਮਿਕ ਕਿਤਾਬ ਕੁਰਾਨ ਦੇ ਅਨੁਸਾਰ 80% ਜਿਹੜਾ ਹਿੱਸਾ ਉਹ ਫੌਜ ਨੂੰ ਦਿੱਤਾ ਜਾਣਾ ਹੈ, ਜਿਸ ਨੇ ਉਹ ਯੁੱਧ ਵਿੱਚ ਲੁੱਟਿਆ ਮਾਲ, ਤੇ 20% ਹਿੱਸਾ ਜਿਹੜਾ ਉਹ ਸੁਲਤਾਨ ਨੂੰ ਜਾਂਦਾ ਸੀ। ਪਰ ਅਲਾਉਦੀਨ ਨੇ ਬਿਲਕੁਲ ਇਸ ਨੂੰ ਉਲਟਾ ਦਿੱਤਾ, 80% ਹਿੱਸਾ ਖੁਦ ਲੈ ਜਾਂਦਾ ਸੀ ਤੇ 20% ਹਿੱਸਾ ਸੈਨਿਕਾਂ ਦੇ ਲਈ ਛੱਡ ਦਿੱਤਾ ਜਾਂਦਾ ਸੀ। ਪਰ ਜਿਹੜਾ ਫਿਰੋਜ਼ ਸ਼ਾਹ ਤੁਗਲਕ ਹੈ ਉਸਨੇ ਕੁਰਾਨ ਦੇ ਅਨੁਸਾਰ ਹੀ ਇਹਦੀ ਵੰਡ ਕੀਤੀ ਸੀ। ਹੱਕ ਸ਼ਰਬ ਜਾਂ ਸ਼ਰਬ ਕਹਿ ਦਿੰਦੇ ਆ, ਬਹੁਤ ਇੰਪੋਰਟੈਂਟ ਹੈ। ਹਾਂਜੀ, ਇਹ ਇਰੀਗੇਸ਼ਨ ਟੈਕਸ ਜਾਂ ਸਿੰਚਾਈ ਟੈਕਸ ਸੀ, ਫਿਰੋਜ਼ ਸ਼ਾਹ ਤੁਗਲਕ ਨੇ ਲਗਾਇਆ ਸੀ, ਜੋ ਕਿ ਕੁੱਲ ਉਪਜ ਦਾ 10% ਹਿੱਸਾ ਹੁੰਦਾ ਸੀ, ਠੀਕ ਹੈ, ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਵਪਾਰਿਕ ਟੈਕਸ, ਜਿਹੜਾ ਵਪਾਰਿਕ ਟੈਕਸ ਹੈ ਇਹ ਮੁਸਲਮਾਨਾਂ ਤੋਂ 2.5% ਲਿਆ ਜਾਂਦਾ ਸੀ ਤੇ ਗੈਰ ਮੁਸਲਮਾਨਾਂ ਤੋਂ 5% ਲਿੱਤਾ ਜਾਂਦਾ ਸੀ। ਹਾਂਜੀ, ਘਰੀ ਕਰ ਤੇ ਚਰੀ ਕਰ। ਘਰੀ ਕਰ ਦਾ ਮਤਲਬ ਘਰਾਂ ਤੇ ਲੱਗਣ ਵਾਲਾ ਕਰ, ਹਾਊਸ ਟੈਕਸ ਕਵਾਂਗੇ। ਚਰੀ ਕਰ ਜਿਹੜਾ ਕਿ ਚਾਰਗਾਹਾਂ ਤੇ ਲੱਗਦਾ ਟੈਕਸ ਹੈ ਉਹਨੂੰ ਕਵਾਂਗੇ ਚਾਰੇ ਤੇ ਲੱਗਣ ਵਾਲਾ ਟੈਕਸ। ਇਹ ਦੋਨੋਂ ਟੈਕਸ ਅਲਾਉਦੀਨ ਖਿਲਜੀ ਦੁਆਰਾ ਲਗਾਏ ਗਏ ਸੀ, ਠੀਕ ਹੈ ਜੀ, ਇੰਪੋਰਟੈਂਟ ਹੈ ਇਹ ਟੈਕਸ ਵੀ, ਧਿਆਨ 'ਚ ਰੱਖਣਾ ਜੀ। ਹਾਂਜੀ, ਜ਼ਮੀਨ ਦੀ ਕਿਸਮ, ਸਭ ਤੋਂ ਪਹਿਲਾਂ ਇਕਤਾ ਦੀ ਜ਼ਮੀਨ। ਇਹ ਇਕਤਾ ਜਿਹਨੂੰ ਆਪਾਂ ਵਲੀ ਜਾਂ ਮੁਕਤਾ ਵੀ ਕਹਿੰਦੇ ਆ, ਇਸ ਜ਼ਮੀਨ ਦੇ ਮਾਲਕ ਹੁੰਦੇ ਸਨ। ਇਹ ਅਫਸਰ ਹੁੰਦੇ ਸਨ, ਇਹ ਸੁਲਤਾਨ ਦੇ ਅਧੀਨ ਕਿਸੇ ਅਹੁਦੇ 'ਤੇ ਲੱਗੇ ਹੁੰਦੇ ਸੀ ਤੇ ਉਹਨਾਂ ਦੀਆਂ ਤਨਖਾਹਾਂ ਦੇ ਬਦਲੇ ਉਹਨਾਂ ਨੂੰ ਇਹ ਜ਼ਮੀਨ ਦਿੱਤੀ ਜਾਂਦੀ ਸੀ। ਤੇ ਬਲਬਨ ਨੇ ਖਵਾਜਾ ਨਾਂ ਦਾ ਇੱਕ ਅਧਿਕਾਰੀ ਉਹਨੂੰ ਨਿਯੁਕਤ ਕੀਤਾ ਸੀਗਾ। ਇਹ ਖਵਾਜਾ ਨਾਂ ਦਾ ਅਧਿਕਾਰੀ ਹੈ ਜਿਹੜਾ ਇਹਨਾਂ ਇਕਤਾ ਦੇ ਉੱਪਰ ਨਿਗਰਾਨੀ ਰੱਖਦਾ ਸੀਗਾ, ਇਹਨਾਂ ਦੀ ਆਮਦਨ ਨੂੰ ਦੇਖ ਰੇਖ ਕਰਦਾ ਸੀਗਾ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਸੀ, ਉਸ ਨੂੰ ਖਤਮ ਕਰਨ ਦੇ ਲਈ ਬਲਬਨ ਨੇ ਖਵਾਜਾ ਨਾਂ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਸੀ। ਖਾਲਸਾ ਦੀ ਧਰਤੀ ਜਾਂ ਖਾਸ ਧਰਤੀ, ਇਹ ਸਿੱਧੀ ਸੁਲਤਾਨ ਦੇ ਅਧੀਨ ਜਾਂ ਕੇਂਦਰ ਦੇ ਅਧੀਨ ਸੀਗੀ ਤੇ ਜਿੰਨਾ ਵੀ ਮਾਲੀਆ ਇਕੱਠਾ ਹੁੰਦਾ ਸੀ ਉਹ ਸਿੱਧਾ ਸੁਲਤਾਨ ਨੂੰ ਜਾਂਦਾ ਸੀ ਇਸ ਜ਼ਮੀਨ ਤੋਂ, ਠੀਕ ਹੈ ਜੀ। ਤੇ ਆਮਿਲਾ ਹੈ ਉਹ ਇਸ ਜ਼ਮੀਨ ਤੋਂ ਮਾਲੀਆ ਇਕੱਠਾ ਕਰਦਾ ਸੀ। ਉਰਸੀ, ਇਹ ਜਿਹੜੇ ਮੁਸਲਮਾਨਾਂ ਇਸ ਜ਼ਮੀਨ ਦੇ ਮਾਲਕ ਸਨ ਤੇ ਇਹ ਜਿਹੜਾ ਹੈ ਲਗਾਨ ਇਸ ਤੋਂ ਸੁਲਤਾਨ ਨੂੰ ਮਿਲਦਾ ਸੀ। ਇਨਾਮ ਤੇ ਵਕਫ ਦੀ ਜ਼ਮੀਨ ਹੈ, ਇਹ ਟੈਕਸ ਮੁਕਤ ਜ਼ਮੀਨ ਸੀਗੀ, ਇਹਦੇ ਉੱਪਰ ਜ਼ਮੀਨ ਦੇ ਉੱਪਰ ਕੋਈ ਟੈਕਸ ਨਹੀਂ ਲੱਗਦਾ ਸੀ। ਇਨਾਮ ਜਾਂ ਵਕਫ ਦੀ ਜ਼ਮੀਨ, ਇਹ ਇਹਦੇ ਤੇ ਖਾਨਦਾਨੀ ਅਧਿਕਾਰ ਵੀ ਸੀ, ਪੀੜ੍ਹੀ ਦਰ ਪੀੜ੍ਹੀ ਜਿਹੜੀ ਉਹ ਜ਼ਮੀਨ ਹੈ ਗਾਂ ਆਪਣੇ ਵੰਸ਼ਾਂ ਦੇ ਵਿੱਚ ਜਾਂਦੀ ਸੀ।
ਸਲਤਨਤ ਕਾਲ ਦੇ ਵਿੱਚ ਜਿਹੜੀ ਲਗਾਨ ਪ੍ਰਣਾਲੀ ਨੂੰ ਕਿਸਮਤ ਤੇ ਗੱਲਾ ਬਖਸ਼ੀ ਜਾਂ ਬਟਾਈ ਆਦਿ ਸ਼ਬਦ ਵਰਤੇ ਜਾਂਦੇ ਸੀ ਲਗਾਨ ਪ੍ਰਣਾਲੀ ਦੇ ਲਈ। ਤੇ ਜਿਹੜਾ ਲਗਾਨ ਦੀ ਵਸੂਲੀ ਹੈ ਨਗਦ ਤੇ ਅਨਾਜ ਦੋਹਾਂ ਰੂਪਾਂ ਦੇ ਵਿੱਚ ਕੀਤੀ ਜਾਂਦੀ ਸੀ। ਤਿੰਨ ਮੁੱਖ ਵਿਧੀਆਂ ਜਿਹੜੀਆਂ ਪ੍ਰਚਲਿਤ ਸਨ, ਜਿਹਦੇ ਵਿੱਚ ਬਟਾਈ, ਕਨਕੂਤ ਤੇ ਭੂਮੀ ਦੀ ਪੈਮਾਇਸ਼ ਦੇ ਆਧਾਰ ਤੇ ਜਿਹੜਾ ਲਗਾਨ ਹੈ ਉਹ ਨਿਰਧਾਰਿਤ ਕੀਤਾ ਜਾਂਦਾ ਸੀ। ਸਭ ਤੋਂ ਪਹਿਲਾਂ ਕਨਕੂਤ ਕੀ ਹੈ? ਫਸਲ ਤਿਆਰ ਹੋਣ ਤੋਂ ਪਹਿਲਾਂ ਹੀ ਲਗਾਨ ਹੈ ਜਿਹੜਾ ਨਿਰਧਾਰਿਤ ਕਰ ਦਿੱਤਾ ਜਾਂਦਾ ਸੀ। ਇਹਦੇ ਵਿੱਚ ਖੇਤ ਵਿੱਚ ਫਸਲ ਪੱਕਣ ਤੋਂ ਪਹਿਲਾਂ ਹੀ ਜਾਂ ਫਸਲ ਬੀਜਣ ਦੇ ਸਮੇਂ ਹੀ। ਬਟਾਈ ਫਸਲ ਜਦੋਂ ਕੱਟ ਲਈ ਜਾਂਦੀ ਸੀ ਤਾਂ ਇਹਦੇ ਵਿੱਚ ਜਿਹੜੀ ਫਸਲ ਹੈ ਉਹ ਕਿਸਾਨ ਤੇ ਦਿੱਲੀ ਸਲਤਨਤ ਦਾ ਜਿਹੜਾ ਰਾਜਾ ਸੁਲਤਾਨ ਹੈ ਉਹਦੇ ਵਿਚਕਾਰ ਵੰਡ ਦਿੱਤੀ ਜਾਂਦੀ ਸੀ। ਠੀਕ ਹੈ, ਪਰ ਇੱਕ ਗੱਲ ਧਿਆਨ ਰੱਖਣੀ ਹੈ, ਬਿਨਾਂ ਝਾੜ ਤੋਂ ਵੀ ਉਹਨੂੰ ਸਾਫ਼ ਕਰਕੇ ਨਹੀਂ, ਕੱਟਦੇ ਸਾਰ ਹੀ ਵਿੱਚ ਹੀ ਸਾਰਾ ਉਹਦੇ ਵਿੱਚ ਜੋ ਗੰਦ ਪਿਲ ਸਾਰਾ ਵਿੱਚ ਹੀ ਵੰਡ ਲਿਆ ਜਾਂਦਾ ਸੀ। ਹਾਂਜੀ, ਭੂਮੀ ਦੀ ਪੈਮਾਇਸ਼ ਦੇ ਦੁਆਰਾ, ਠੀਕ ਹੈ ਜੀ, ਜਿਹੜੀ ਹੈ ਪ੍ਰਤੀ ਬਿੱਗਾ ਲਗਾਨ ਦੀ ਦਰ ਜਿਹੜੀ ਉਹ ਨਿਸ਼ਚਿਤ ਕੀਤੀ ਜਾਂਦੀ ਸੀ। ਠੀਕ ਹੈ, ਇਹ ਬਿੱਗੇ ਦੇ ਹਿਸਾਬ ਨਾਲ ਲਗਾਨ ਹੈ ਜਿਹੜਾ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਠੇਕਾ ਸਿਸਟਮ ਕਹਾਂਗੇ, ਜਿਹੜਾ ਅੱਜ ਕੱਲ੍ਹ ਪ੍ਰਚਲਿਤ ਹੈ। ਮਸਾਹਤ ਜ਼ਮੀਨ ਦੀ ਮਿਹਨਤੀ ਦੇ ਆਧਾਰ ਤੇ ਜਿਹੜਾ ਲਗਾਨ ਹੈ ਉਹ ਤੈਅ ਕੀਤਾ ਜਾਂਦਾ ਸੀ। ਇਹਦੇ ਵਿੱਚ ਉਸ ਨੂੰ ਮਸਾਹਤ ਕਿਹਾ ਜਾਂਦਾ ਸੀ। ਇਸ ਪ੍ਰਣਾਲੀ ਨੂੰ ਅਲਾਉਦੀਨ ਖਿਲਜੀ ਨੇ ਸ਼ੁਰੂ ਕੀਤਾ ਸੀ। ਠੀਕ ਹੈ ਜੀ, ਇੱਕ ਤਰ੍ਹਾਂ ਕਹਿ ਸਕਦੇ ਹਾਂ ਵੀ ਇਹ ਭੂਮੀ ਦੀ ਪੈਮਾਇਸ਼ ਦੇ ਆਧਾਰ ਤੇ ਹੀ ਲਗਾਨ ਜਿਹੜਾ ਉਹ ਤੈਅ ਕੀਤਾ ਜਾਂਦਾ ਸੀ। ਹਾਂਜੀ, ਮੁੱਢਲੀ ਇਹ ਇੱਕ ਮਿਸ਼ਰਤ ਪ੍ਰਣਾਲੀ ਸੀ। ਇਸ ਵਿੱਚ ਠੇਕੇਦਾਰ ਤੋਂ ਟੈਕਸ ਲਿਆ ਜਾਂਦਾ ਸੀ ਤੇ ਠੇਕੇਦਾਰ ਜਿਹੜਾ ਕਿਸਾਨਾਂ ਤੋਂ ਟੈਕਸ ਵਸੂਲਦਾ ਸੀ। ਅਲਾਉਦੀਨ ਖਿਲਜੀ ਭਾਰਤ ਦਾ ਪਹਿਲਾ ਮੁਸਲਿਮ ਸ਼ਾਸਕ ਸੀਗਾ ਜਿਸ ਨੇ ਭੂਮੀ ਸੁਧਾਰਾਂ ਵੱਲ ਧਿਆਨ ਦਿੱਤਾ। ਇਹ ਵੈਰੀ ਇੰਪੋਰਟੈਂਟ ਹੈ, ਧਿਆਨ ਰੱਖਣਾ ਹੈ। ਉਸਨੇ ਖੇਤੀਯੋਗ ਸਾਰੀ ਭੂਮੀ ਦੀ ਮਿਹਨਤੀ ਕਰਵਾਈ ਤੇ ਖੇਤੀਬਾੜੀ ਦੀ ਦੇਖਭਾਲ ਦੇ ਲਈ ਇੱਕ ਦੀਵਾਨ-ਏ-ਮੁਸਤਖਰਾਜ ਨਾਂ ਦਾ ਇੱਕ ਵਿਭਾਗ ਉਹਦੀ ਸਥਾਪਨਾ ਕੀਤੀ। ਠੀਕ ਹੈ, ਇਕੱਠਾ ਵਰਡ ਹੈ ਮੁਸਤਖਰਾਜ। ਠੀਕ ਹੈ, ਧਿਆਨ ਚ ਰੱਖ ਲੈਣਾ ਜੀ, ਇੰਪੋਰਟੈਂਟ ਹੈ, ਸਾਰੇ ਫੈਕਟ ਧਿਆਨ ਚ ਰੱਖਣੇ ਜੀ। ਅਲਾਉਦੀਨ ਖਿਲਜੀ ਦੇ ਸਮੇਂ ਲਗਾਨ ਦੀ ਦਰ ਸਭ ਤੋਂ ਵੱਧ ਸੀ। ਇਹ ਸਵਾਲ ਵੀ ਐਗਜ਼ਾਮ 'ਚ ਪੁੱਛਿਆ ਗਿਆ ਵੀ ਕਿਹੜੇ ਜ਼ਿਆਦਾ ਟੈਕਸ ਵਸੂਲ ਕੀਤਾ ਜਾਂਦਾ ਜੀ ਅਲਾਉਦੀਨ ਖਿਲਜੀ ਦੁਆਰਾ। ਉਸ ਦਾ ਲਗਭਗ ਜਿਹੜਾ 50% ਹੈ ਜਿਹੜਾ ਉਹ ਲਗਾਨ ਲਿਆ ਜਾਂਦਾ ਸੀ। The irrigation tax was charged on the farmer for the first time by which of the following sultans? ਦੱਸਣਾ ਹੈ ਵੀ ਸਿੰਚਾਈ ਟੈਕਸ ਇਹਨਾਂ ਵਿੱਚੋਂ ਪਹਿਲੀ ਵਾਰ ਕਿਹੜੇ ਦਿੱਲੀ ਦੇ ਸੁਲਤਾਨ ਦੁਆਰਾ ਉਹ ਲਿਆ ਗਿਆ ਸੀ। ਹਾਂਜੀ, ਜਿਹੜਾ ਸਿੰਚਾਈ ਹੈ ਉਹ ਟੈਕਸ ਪਹਿਲੀ ਵਾਰ ਜਿਹੜਾ ਲਿਆ ਗਿਆ ਸੀਗਾ ਉਹ ਫਿਰੋਜ਼ ਸ਼ਾਹ ਤੁਗਲਕ ਦੁਆਰਾ ਲਿਆ ਗਿਆ ਸੀਗਾ। ਠੀਕ ਹੈ ਜੀ, ਇਹ ਧਿਆਨ ਚ ਰੱਖਣਾ ਹੈ, ਇੰਪੋਰਟੈਂਟ ਹੈ, ਇਹ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਗਿਆ। ਟੈਕਸ ਨੂੰ ਜਿਹੜਾ ਨਾਮ ਸੀਗਾ ਉਹ ਸ਼ਰਬ ਟੈਕਸ ਵੀ ਕਿਹਾ ਜਾਂਦਾ ਇਸ ਨੂੰ। ਠੀਕ ਹੈ ਜੀ, ਵਿਚ ਆਫ ਦੀ ਫੋਲੋਇੰਗ ਇੰਡੀਕੇਟ ਟੈਕਸ ਲੇਵਡ ਔਨ ਦੀ ਲੈਂਡ ਪ੍ਰੋਡਕਟ? ਦੱਸਣਾ ਹੈ ਭੂਮੀ ਤੇ ਇਹਨਾਂ ਵਿੱਚੋਂ ਕਿਹੜਾ ਟੈਕਸ ਲਗਾਇਆ ਜਾਂਦਾ ਸੀਗਾ, ਇਹ ਦੱਸਣਾ ਆਪਾਂ ਇਹਦੇ ਵਿੱਚੋਂ। ਹਾਂਜੀ, ਜਿਹੜਾ ਖੁਮਸ ਟੈਕਸ ਹੈ ਇਹ ਯੁੱਧ ਦੇ ਦੌਰਾਨ ਜਿਹੜਾ ਲੁੱਟ ਲਿਆ ਜਾਂਦਾ ਮਾਲ ਉਹ ਤੇ ਲੱਗਦਾ ਸੀਗਾ। ਹਾਂਜੀ, ਇਹਨੂੰ ਲਿਮਿਟਡ ਕਰਾਂਗੇ ਕਿਉਂਕਿ ਭੂਮੀ ਤੇ ਨਹੀਂ ਲੱਗਦਾ ਸੀ। ਰਾਈਟ ਆਨਸਰ ਜਿਹੜਾ 1 ਜਾਂ A ਜਾਂ D ਦੇ ਵਿੱਚੋਂ ਬਣੇਗਾ। ਹਾਂਜੀ, ਖਿਰਾਜ ਇਹ ਵੀ ਭੂਮੀ ਤੇ ਲੱਗਦਾ ਸੀ। ਉਸਰ ਵੀ ਭੂਮੀ ਤੇ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ, ਮੁਕਤਾਈ ਵੀ। ਠੀਕ ਹੈ ਜੀ, ਇਹ ਮਿਸ਼ਰਤ ਟੈਕਸ ਸਿਸਟਮ ਸੀਗਾ ਤਾਂ ਰਾਈਟ ਆਨਸਰ ਬਣੇਗਾ ਜੀ D। ਹਾਂਜੀ, ਸ਼ਰਬ ਇਹ ਇੰਪੋਰਟੈਂਟ ਆ ਬਹੁਤ ਜ਼ਿਆਦਾ। ਠੀਕ ਹੈ ਜੀ, ਇਹ ਸਿੰਚਾਈ ਤੇ ਲੱਗਣ ਵਾਲਾ ਟੈਕਸ ਸੀਗਾ, ਫਿਰੋਜ਼ ਸ਼ਾਹ ਤੁਗਲਕ ਦੁਆਰਾ ਲਗਾਇਆ ਗਿਆ ਸੀ। ਇਰੀਗੇਸ਼ਨ ਜਾਂ ਸਿੰਚਾਈ। ਠੀਕ ਹੈ ਜੀ, ਧਿਆਨ ਚ ਰੱਖਣਾ। ਇਨ ਦੀ ਰੇਨ ਆਫ ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ਦੇ ਦੌਰਾਨ ਵਿਚ ਆਫ ਦੀ ਫੋਲੋਇੰਗ ਟੈਕਸ ਵਾਸ 1/6 ਆਫ ਦੀ ਬੂਟੀ ਕੈਪਚਰ ਡਿਊਰਿੰਗ ਦੀ ਵਾਰ? ਜੋ ਦੇ ਦੌਰਾਨ ਜਿਹੜੀ ਕੋਈ ਵੀ ਕੈਪਚਰ ਕਰ ਲਿਆ ਜਾਂਦਾ ਸੀ ਕੋਈ ਮਾਲ ਲੁੱਟ ਤੇ ਉਸ ਨੂੰ ਆਪਾਂ ਖਮਸ ਕਹਿੰਦੇ ਸੀ। ਠੀਕ ਹੈ ਜੀ, 1/6 ਹਿੱਸਾ ਸੀਗਾ ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ਦੇ ਦੌਰਾਨ। ਵਟ ਵਾਸ ਦੀ ਟਰਮ ਯੂਜ਼ਡ ਇਨ ਦੀ ਮੈਡੀਏਵਲ ਇੰਡੀਆ ਫਾਰ ਦੀ ਲੈਂਡ ਡਾਇਰੈਕਟਡ ਬਾਈ ਦੀ ਰੂਲਡ ਬਾਈ ਦੀ ਸੈਂਟਰਲ ਗੌਰਮੈਂਟ? ਹਾਂਜੀ, ਉਸ ਮੱਧਕਾਲੀਨ ਭਾਰਤ ਦੇ ਵਿੱਚ ਉਸ ਲਈ ਭੂਮੀ ਦੇ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਸੀ ਜਿਹੜਾ ਕਿ ਡਾਇਰੈਕਟ ਜਿਹੜੀ ਸੈਂਟਰਲ ਗੌਰਮੈਂਟ ਜਾਂ ਸੁਲਤਾਨ ਦਿੱਲੀ ਦੇ ਅਧੀਨ ਸੀ? ਹਾਂਜੀ, ਉਹ ਸੀ ਖਾਲਿਸਾ ਭੂਮੀ। ਠੀਕ ਹੈ, ਧਿਆਨ ਚ ਰੱਖ ਲੈਣਾ ਇਹ। ਇਸ ਤੋਂ ਸਿੱਧਾ ਟੈਕਸ ਜਿਹੜਾ ਉਹ ਸੁਲਤਾਨ ਦਿੱਲੀ ਦੇ ਕੋਲ ਪਹੁੰਚਦਾ ਸੀ। ਹਾਂਜੀ, ਸੈਨਿਕ ਪ੍ਰਬੰਧ ਜਿਹੜਾ ਸੁਲਤਾਨ ਹੈ ਉਹ ਸੈਨਾ ਦਾ ਮੁਖੀ ਹੁੰਦਾ ਸੀ ਤੇ ਸੈਨਾ ਦੇ ਪ੍ਰਬੰਧ ਦੇ ਦੇਖਭਾਲ ਦੇ ਲਈ ਆਰਜੇ ਮਮਾਲਿਕ ਨਾਂ ਦਾ ਇੱਕ ਅਫਸਰ ਉਹਦੀ ਨਿਯੁਕਤੀ ਕੀਤੀ ਜਾਂਦੀ ਸੀ। ਠੀਕ ਹੈ, ਇਹਨੂੰ ਐਂ ਕਹਿ ਸਕਦੇ ਹਾਂ ਵੀ ਫੌਜ ਵਿਭਾਗ ਦਾ ਮੁਖੀ ਹੁੰਦਾ ਸੀ ਆਰਜੇ ਮਮਾਲਿਕ। ਠੀਕ ਹੈ ਜੀ, ਇਹ ਧਿਆਨ ਚ ਰੱਖ ਲੈਣਾ, ਬਹੁਤ ਇੰਪੋਰਟੈਂਟ ਹੈ। ਜਿੱਥੇ ਵੀ ਆਰਜ ਸ਼ਬਦ ਆ ਜੇ ਉਹ ਮਿਲਟਰੀ ਡਿਪਾਰਟਮੈਂਟ ਤੇ ਟਿਕ ਲਗਾ ਕੇ ਆਉਣੀ ਹੈ, ਅਰਜ ਜਾਂ ਆਰਜ। ਠੀਕ ਹੈ, ਧਿਆਨ ਚ ਰੱਖਣਾ। ਲੜਾਈ ਦੇ ਮੁੱਖ ਹਥਿਆਰ ਸੀ ਜਿਹੜੇ ਉਹਦੇ ਵਿੱਚ ਤਲਵਾਰ, ਨੇਜੇ, ਧਨੁਸ਼ ਤੇ ਤੀਰ ਸਨ। ਠੀਕ ਹੈ ਜੀ, ਧਿਆਨ ਚ ਰੱਖਣਾ। ਤੇ ਸੈਨਾ ਦੇ ਵਿੱਚ ਘੋੜਸਵਾਰ ਸੈਨਾ, ਹਾਥੀ ਸੈਨਾ, ਪੈਦਲ ਸੈਨਿਕ ਇਹ ਸ਼ਾਮਲ ਸਨ ਤੇ ਇਹਨਾਂ ਵਿੱਚੋਂ ਘੋੜਸਵਾਰ ਸੈਨਾ ਉਹ ਮੁੱਖ ਜਿਹੜੀ ਅੰਗ ਹੈ ਸੈਨਾ ਦਾ ਮੰਨੀ ਜਾਂਦੀ ਸੀ। ਅਲਾਉਦੀਨ ਖਿਲਜੀ ਨੇ ਸੈਨਿਕਾਂ ਦਾ ਹੁਲੀਆ ਰੱਖਣ ਤੇ ਘੋੜਿਆਂ ਨੂੰ ਦਾਗਣ ਦੀ ਜਿਹੜੀ ਪ੍ਰਥਾ ਉਹ ਸ਼ੁਰੂ ਕੀਤੀ ਸੀ। ਇੰਪੋਰਟੈਂਟ ਧਿਆਨ ਚ ਰੱਖਣਾ। ਨਿਆਂ ਪ੍ਰਬੰਧ। ਹਾਂਜੀ, ਜਿਹੜਾ ਸੁਲਤਾਨ ਹੈ ਉਹ ਨਿਆਂ ਸੰਬੰਧੀ ਸਾਰੇ ਅਧਿਕਾਰ ਹੈ ਉਹ ਸੁਲਤਾਨ ਕੋਲ ਹੁੰਦੇ ਸਨ। ਉਹ ਸਰਵਉੱਚ ਸ਼ਕਤੀ ਜਿਹੜੀ ਨਿਆਂ ਸੰਬੰਧੀ ਸੁਲਤਾਨ ਦੇ ਕੋਲ ਸੀ। ਸੁਲਤਾਨ ਨੂੰ ਨਿਆਂ ਸੰਬੰਧੀ ਸਲਾਹ ਦੇਣ ਦੇ ਲਈ ਸਦਰੇ ਸਦੂਰ ਅਤੇ ਕਾਜੀ ਉਲ ਕਜਾਤ ਨਾਂ ਦੇ ਜਿਹੜੇ ਮੰਤਰੀ ਹੈ ਜਿਹੜੇ ਉਹ ਨਿਯੁਕਤ ਕੀਤੇ ਗਏ ਸਨ। ਜਿਹੜਾ ਕਾਜੀ ਉਲ ਕਜਾਤ ਹੈ ਇਹਨੂੰ ਅੱਜ ਦੇ ਸਮੇਂ ਦੇ ਦਾ ਚੀਫ ਜਸਟਿਸ ਵੀ ਕਿਹਾ ਜਾ ਸਕਦਾ ਹੈ। ਠੀਕ ਹੈ ਜੀ, ਮੁੱਖ ਜੱਜ ਵੀ ਕਿਹਾ ਜਾ ਸਕਦਾ ਹੈ। ਜਿਹੜਾ ਕਾਜੀ ਉਲ ਕਜਾਤ ਹੈ ਉਹ ਇਸਲਾਮ ਧਰਮ ਜਾਂ ਸ਼ਰੀਅਤ ਦੇ ਅਨੁਸਾਰ ਉਹ ਨਿਆਂ ਕਰਦਾ ਸੀ। ਪਿੰਡਾਂ ਦੇ ਝਗੜਿਆਂ ਦਾ ਫੈਸਲਾ ਉਹ ਪੰਚਾਇਤਾਂ ਹੀ ਕਰਦੀਆਂ ਸਨ ਤੇ ਸੁਲਤਾਨ ਵਿਰੁੱਧ ਜਿਹੜੇ ਵਿਦਰੋਹ ਕਰਨ ਵਾਲੇ ਗਦਾਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਠੀਕ ਹੈ ਜੀ, ਧਿਆਨ ਚ ਰੱਖਣਾ, ਇੰਪੋਰਟੈਂਟ ਹੈ ਜੀ ਸਾਰੇ। 2 ਅਧਿਕਾਰੀ ਜਿਹੜੇ ਨਿਯੁਕਤ ਕੀਤੇ ਗਏ ਸੀ ਸੁਲਤਾਨ ਨੂੰ ਨਿਆਂ ਸੰਬੰਧੀ ਸਲਾਹ ਦੇਣ ਵਾਸਤੇ। ਇੱਕ ਸੀ ਕਾਜੀ ਉਲ ਕਜਾਤ ਜਿਹਨੂੰ ਆਪਾਂ ਚੀਫ ਜਸਟਿਸ ਕਹਾਂਗੇ ਤੇ ਇਸਲਾਮ ਧਰਮ ਦੇ ਅਨੁਸਾਰ ਇਹ ਨਿਆਂ ਕਰਦਾ ਸੀ। ਦੂਸਰਾ ਸਦਰੇ ਸਦੂਰ ਹੂ ਵਾਜ਼ ਦੀ ਕਮਾਂਡਰ ਇਨ ਚੀਫ ਆਫ ਦੀ ਆਰਮੀ ਇਨ ਦੀ ਦਿੱਲੀ ਸਲਤਨਤ ਏਰਾ? ਦੱਸਣਾ ਹੈ ਵੀ ਦਿੱਲੀ ਸੁਲਤਾਨ ਦੇ ਸ਼ਾਸਨ ਦੇ ਸਮੇਂ ਦੇ ਦੌਰਾਨ ਆਰਮੀ ਦਾ ਚੀਫ ਇਨ ਕਮਾਂਡਰ ਕੌਣ ਹੁੰਦਾ ਸੀ? ਉਹ ਸੁਲਤਾਨ ਖੁਦ ਹੁੰਦਾ ਸੀ। ਹਾਂਜੀ, ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਸ਼ਨ ਪ੍ਰਾਂਤਿਕ ਪ੍ਰਬੰਧ। ਦਿੱਲੀ ਸਲਤਨਤ ਦੇ ਸਮੇਂ ਦੇ ਵਿੱਚ ਸਮਰਾਜ ਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀ। ਪ੍ਰਾਂਤਾਂ ਨੂੰ ਆਪਾਂ ਇਕਤਾ ਵੀ ਕਹਾਂਗੇ। ਠੀਕ ਹੈ ਜੀ, ਤੇ ਪ੍ਰਾਂਤੀ ਸ਼ਾਸਨ ਪ੍ਰਬੰਧ ਨੂੰ ਚਲਾਉਣ ਦੇ ਲਈ ਗਵਰਨਰ ਜਾਂ ਸੂਬੇਦਾਰ ਜਿਹੜੇ ਨਿਯੁਕਤ ਕੀਤੇ ਜਾਂਦੇ ਸਨ। ਇਸ ਨੂੰ ਸੂਬੇਦਾਰ ਮੁਕਤੀ ਵਲੀ ਜਾਂ ਇਕਤਾ ਕਿਹਾ ਜਾਂਦਾ ਸੀ। ਅਲਾਉਦੀਨ ਖਿਲਜੀ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ 11 ਸੀ ਤੇ ਮੁਹੰਮਦ ਬਿਨ ਤੁਗਲਕ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਵੱਧ ਕੇ 23 ਹੋ ਗਈ ਸੀ। ਗਵਰਨਰ ਦਾ ਮੁੱਖ ਜਿਹੜਾ ਕੰਮ ਹੈ ਜਾਂ ਸੂਬੇਦਾਰ ਦਾ ਮੁੱਖ ਕੰਮ ਪ੍ਰਾਂਤਾਂ ਦੇ ਵਿੱਚ ਅਮਨ ਕਾਨੂੰਨ ਨੂੰ ਬਣਾਈ ਰੱਖਣਾ, ਸੁਲਤਾਨ ਦੇ ਹੁਕਮਾਂ ਨੂੰ ਪ੍ਰਾਂਤ ਦੇ ਵਿੱਚ ਲਾਗੂ ਕਰਵਾਉਣਾ। ਠੀਕ ਹੈ ਜੀ, ਸੈਨਾ ਦੀ ਦੇਖਭਾਲ ਕਰਨਾ, ਖੇਤੀਬਾੜੀ ਦੇ ਵਪਾਰ ਨੂੰ ਉਤਸ਼ਾਹਿਤ ਕਰਨਾ, ਇਹ ਸਾਰੇ ਕੰਮ ਜਿਹੜੇ ਗਵਰਨਰ ਸੂਬੇਦਾਰ ਦੇ ਹੁੰਦੇ ਸਨ। ਠੀਕ ਹੈ ਜੀ, ਇਹ ਧਿਆਨ ਚ ਰੱਖਣਾ ਜੀ।
ਅੱਗੇ ਹੈ ਜੀ ਲੋਕਲ ਐਡਮਿਨਿਸਟ੍ਰੇਸ਼ਨ, ਸਥਾਨਿਕ ਪ੍ਰਬੰਧ। ਪ੍ਰਾਂਤ ਨੂੰ ਅੱਗੇ ਪਰਗਣਿਆਂ ਦੇ ਵਿੱਚ ਵੰਡਿਆ ਜਾਂਦਾ ਸੀ, ਠੀਕ ਹੈ। ਪਰਗਣੇ ਨੂੰ ਆਪਾਂ ਜਿਹੜਾ ਹੈ ਤਹਿਸੀਲ ਵੀ ਕਹਿੰਦੇ ਆ। ਤੇ ਆਮੇਲਾ ਜਿਹੜਾ ਉਹ ਪਰਗਣੇ ਦਾ ਮੁੱਖ ਅਧਿਕਾਰੀ ਹੁੰਦਾ ਸੀ, ਸ਼ਾਂਤੀ ਸਥਾਪਿਤ ਕਰਨਾ ਇਸ ਦੀ ਜ਼ਿੰਮੇਵਾਰੀ ਹੁੰਦੀ ਸੀ। ਇਸ ਤੋਂ ਇਲਾਵਾ ਇਹ ਲਗਾਨ ਵੀ ਇਕੱਠਾ ਕਰਦਾ ਸੀ। ਪ੍ਰਸ਼ਾਸਨ ਕਾਲ ਦੀ ਦਿੱਲੀ ਸਲਤਨਤ ਕਾਲ ਦੀ ਜਿਹੜੀ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਆ ਉਹ ਪਿੰਡ ਸੀ, ਤੇ ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਸੀ, ਠੀਕ ਹੈ ਜੀ। ਸਾਰੇ ਧਿਆਨ 'ਚ ਰੱਖਣੇ ਫੈਕਟ। ਦਿੱਲੀ ਸਲਤਨਤ ਕਾਲ ਦੀ ਭਵਨ ਨਿਰਮਾਣ ਕਲਾ। ਸਭ ਤੋਂ ਪਹਿਲਾਂ ਦਾਸ ਵੰਸ਼ ਦੀ ਗੱਲ ਕਰਦੇ ਹਾਂ। ਦਾਸ ਵੰਸ਼ ਦਾ ਜਿਹੜਾ ਸੰਸਥਾਪਕ ਕੁਤਬਦੀਨ ਐਬਕ ਹੈ, ਉਸਨੇ ਦਿੱਲੀ ਦੇ ਵਿੱਚ ਕੁਵਤ-ਉਲ-ਇਸਲਾਮ ਜਿਹੜੀ ਉਹਦੇ ਨਾਂ ਦੀ ਮਸਜਿਦ ਦਾ ਨਿਰਮਾਣ ਕੀਤਾ। ਅਜਮੇਰ ਦੇ ਵਿੱਚ 2.5 ਦਿਨ ਦਾ ਝੌਂਪੜਾ ਉਹ ਵੀ ਕੁਤਬਦੀਨ ਐਬਕ ਨੇ ਇੱਕ ਮਸਜਿਦ ਦੀ ਉਸਾਰੀ ਕਰਵਾਈ ਸੀ। ਮਹਿਰੌਲੀ ਦੇ ਨੇੜੇ ਦਿੱਲੀ ਦੇ ਵਿੱਚ ਕੁਤਬਦੀਨ ਐਬਕ ਨੇ ਕੁਤਬ ਮੀਨਾਰ ਦੀ ਉਸਾਰੀ ਕਰਵਾਈ, ਪਰ ਅਚਾਨਕ ਮੌਤ ਹੋਣ ਦੇ ਕਾਰਨ ਇਹਦਾ ਕੰਮ ਅਧੂਰਾ ਰਹਿ ਗਿਆ। ਇਸ ਅਧੂਰੇ ਕੰਮ ਨੂੰ ਉਸਦੇ ਉੱਤਰਾਧਿਕਾਰੀ, ਉਹਦੇ ਜਵਾਈ ਤੇ ਉਸਦੇ ਗੁਲਾਮ ਇਲਤੁਤਮਿਸ਼ ਨੇ ਪੂਰਾ ਕਰਵਾਇਆ, ਠੀਕ ਹੈ ਜੀ। ਧਿਆਨ 'ਚ ਰੱਖਣਾ ਜੀ। ਮਦਰਸਾ ਏ ਨਸੀਰੀ, ਠੀਕ ਹੈ ਜੀ। ਇਹ ਇਲਤੁਤਮਿਸ਼ ਨੇ ਰਾਜ ਦੇ ਸਮੇਂ ਦੇ ਵਿੱਚ ਇਹਨੂੰ ਬਣਾਇਆ ਗਿਆ ਸੀ ਇਸ ਮਦਰਸੇ ਨੂੰ, ਠੀਕ ਹੈ। ਇਹ ਮਦਰਸਾ ਇਲਤੁਤਮਿਸ਼ ਨੇ ਬਣਾਇਆ ਸੀ ਆਪਣੇ ਪੁੱਤਰ ਨਸੀਰੁਦੀਨ ਮਹਿਮੂਦ ਦੀ ਯਾਦ ਦੇ ਵਿੱਚ, ਤਾਂ ਹੀ ਇਹਦਾ ਨਾਂ ਨਸੀਰੀ ਰੱਖਿਆ ਗਿਆ। ਨਸੀਰੁਦੀਨ ਮਹਿਮੂਦ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਲਤੁਤਮਿਸ਼ ਨੇ ਦਿੱਲੀ ਦੇ ਵਿੱਚ ਆਪਣਾ ਖੁਦ ਦਾ ਮਕਬਰਾ ਬਣਾਇਆ। ਆਪਣੇ ਪੁੱਤਰ ਨਸੀਰੁਦੀਨ ਅਹਿਮਦ ਦਾ ਮਕਬਰਾ, ਜਿਹਨੂੰ ਮਦਰਸਾ ਏ ਨਸੀਰੀ ਕਿਹਾ ਜਾਂਦਾ, ਉਹ ਬਣਾਇਆ। ਹੋਜ ਸ਼ਮਸ਼ੀ ਬਣਾਇਆ। ਸ਼ਮਸ਼ੀ ਏ ਈਦਗਾਹ ਨਾਂ ਦੀਆਂ ਇਮਾਰਤਾਂ ਬਣਾਈਆਂ, ਠੀਕ ਹੈ ਜੀ, ਜਿਹਦੇ ਵਿੱਚ ਹਿੰਦੂ ਸ਼ੈਲੀ ਦੀ ਜਿਹੜੀ ਝਲਕ ਹੈ ਸਾਫ਼ ਨਜ਼ਰ ਆਉਂਦੀ ਹੈ। ਬਲਬਨ ਦਾ ਮਕਬਰਾ ਜਿਹੜਾ ਉਹ ਗੁਲਾਮ ਰਾਜਵੰਸ਼ ਦਾ ਅੰਤਿਮ ਇਮਾਰਤ ਸੀ, ਧਿਆਨ 'ਚ ਰੱਖ ਲੈਣਾ, ਗੁਲਾਮ ਰਾਜਵੰਸ਼ ਦੀ। ਹਾਂਜੀ। ਹੂ ਅਮੰਗਸਟ ਦੀ ਫੋਲੋਇੰਗ ਸੁਲਤਾਨ ਦਿੱਲੀ 5th ਸਟੋਰੀ ਆਫ ਕੁਤਬ ਮੀਨਾਰ। ਕੁਤਬ ਮੀਨਾਰ ਦੀ 5ਵੀਂ ਮੰਜ਼ਿਲ ਜਿਹੜੀ ਉਹ ਕਿਸ ਨੇ ਬਣਵਾਈ ਸੀ? ਹਾਂਜੀ, ਜਿਹੜੀ 5ਵੀਂ ਮੰਜ਼ਿਲ ਆ ਉਹ ਪਹਿਲੀ ਵਾਰ ਤਾਂ ਇਲਤੁਤਮਿਸ਼ ਨੇ ਬਣਾਈ ਸੀਗੀ। ਬਾਅਦ ਵਿੱਚ ਜਦੋਂ ਇਹ ਤਬਾਹ ਹੋ ਜਾਂਦੀ ਹੈ ਫਿਰ ਫਿਰੋਜ਼ ਸ਼ਾਹ ਤੁਗਲਕ ਦੁਆਰਾ ਬਣਵਾਈ ਗਈ ਸੀ। ਹਾਂਜੀ। ਖਿਲਜੀ ਵੰਸ਼ ਦੀਆਂ ਇਮਾਰਤਾਂ। ਅਲਾਉਦੀਨ ਖਿਲਜੀ ਦੁਆਰਾ ਇੱਕ ਤਾਂ ਇਲਾਹੀ ਦਰਵਾਜ਼ਾ ਬਹੁਤ ਮਸ਼ਹੂਰ ਹੈ, ਇਹ ਬਣਵਾਇਆ ਗਿਆ ਸੀ। ਇਹ ਦਰਵਾਜ਼ਾ ਕੁਵਤ-ਉਲ-ਇਸਲਾਮ ਮਸਜਿਦ ਜਿਹੜੀ ਕਿ ਕੁਤਬਦੀਨ ਐਬਕ ਨੇ ਬਣਵਾਈ ਸੀਗੀ, ਉਹਦੇ ਅੰਦਰ ਜਾਣ ਦਾ ਇੱਕ ਦਰਵਾਜ਼ਾ ਹੈ, ਠੀਕ ਹੈ ਜੀ, ਇਲਾਹੀ ਦਰਵਾਜ਼ਾ। ਇਹ ਲਾਲ ਪੱਥਰਾਂ ਤੇ ਸੰਗਮਰਮਰ ਦਾ ਬਣਿਆ ਹੋਇਆ ਹੈ, ਧਿਆਨ 'ਚ ਰੱਖਣਾ। ਅਲਾਉਦੀਨ ਖਿਲਜੀ ਨੇ ਕੁਤਬ ਮੀਨਾਰ ਤੋਂ 3 ਮੀਲ ਦੂਰੀ ਤੇ ਉੱਤਰ ਪੂਰਬ ਵੱਲ ਸੀਰੀ ਦਾ ਕਿਲ੍ਹਾ ਬਣਵਾਇਆ ਤੇ ਇੱਕ ਨਵਾਂ ਸ਼ਹਿਰ ਵਸਾਇਆ, ਠੀਕ ਹੈ। ਧਿਆਨ 'ਚ ਰੱਖਣਾ ਇਹ ਸੀਰੀ ਨਾਂ ਦਾ ਕਿਲ੍ਹਾ ਤੇ ਸੀਰੀ ਨਾਂ ਦਾ ਨਵਾਂ ਸ਼ਹਿਰ ਵਸਾਇਆ ਸੀਗਾ ਕੁਤਬ ਮੀਨਾਰ ਤੋਂ 3 ਮੀਲ ਦੂਰੀ ਤੇ ਉੱਤਰ ਪੂਰਬ ਦਿਸ਼ਾ ਵੱਲ। ਅਲਾਉਦੀਨ ਖਿਲਜੀ ਨੇ 1000 ਥੰਮਾਂ ਦਾ ਮਹਿਲ, ਜਿਹਨੂੰ 1000 ਸਤੂਨ ਕਹਿ ਦਿੰਦੇ ਆ, ਹੋਜ ਖਾਸ ਜਮਾਇਤ ਖਾਨਾ ਨਾਂ ਦੀਆਂ ਮਸਜਿਦਾਂ ਦਾ ਵੀ ਨਿਰਮਾਣ ਕਰਾਇਆ ਸੀ, ਠੀਕ ਹੈ ਜੀ। ਧਿਆਨ 'ਚ ਰੱਖਣਾ ਹੈ ਅਲਾਉਦੀਨ ਖਿਲਜੀ ਨਾਲ ਸੰਬੰਧਿਤ ਇਹ। ਵਿੱਚ ਸੁਲਤਾਨ ਬਿਲਟ ਦੀ ਇਲਾਹੀ ਦਰਵਾਜ਼ੇ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਇਹ ਅਲਾਉਦੀਨ ਖਿਲਜੀ ਨੇ ਕਰਵਾਇਆ ਸੀਗਾ। ਇੱਕ ਵਿਤੁਲ ਮਸਜਿਦ ਦਾ ਜਿਹੜਾ ਹੈਗਾ ਮੇਨ ਦਰਵਾਜ਼ਾ ਜੀ। ਹਾਂਜੀ। ਤੁਗਲਕ ਵੰਸ਼ ਦੀ ਇਮਾਰਤਕਾਰੀ ਜਾਂ ਭਵਨ ਨਿਰਮਾਣ ਕਲਾ। ਗਿਆਸੁਦੀਨ ਤੁਗਲਕ ਨੇ ਦਿੱਲੀ ਦੇ ਵਿੱਚ ਇੱਕ ਨਵਾਂ ਨਗਰ ਵਸਾਇਆ ਸੀ, ਜਿਹਨੂੰ ਤੁਗਲਕਾਬਾਦ ਕਹਿੰਦੇ ਆ, ਤੇ ਉਸ ਨੂੰ ਹੀ ਆਪਣੀ ਰਾਜਧਾਨੀ ਬਣਾਇਆ ਸੀ। ਮੁਹੰਮਦ ਬਿਨ ਤੁਗਲਕ ਹੈ, ਉਸਨੇ ਜਹਾਂ ਪਨਾਹ ਨਾਂ ਦਾ ਇੱਕ ਨਵਾਂ ਸ਼ਹਿਰ ਵਸਾਇਆ ਸੀ, ਤੇ ਆਦਿਲਾਬਾਦ ਦਾ ਜਿਹੜਾ ਕਿਲ੍ਹਾ ਉਹ ਵੀ ਮੁਹੰਮਦ ਬਿਨ ਤੁਗਲਕ ਨੇ ਬਣਵਾਇਆ ਸੀ। ਫਿਰੋਜ਼ ਸ਼ਾਹ ਤੁਗਲਕ ਹੈ ਜਿਹੜਾ ਉਸਨੇ ਫਿਰੋਜ਼ਾਬਾਦ, ਫਿਰੋਜ਼ਪੁਰ, ਹਿਸਾਰ, ਠੀਕ ਹੈ ਜੀ, ਤੇ ਜੌਨਪੁਰ ਨਾਂ ਦੇ ਜਿਹੜੇ ਹੈ ਇਹ ਨਗਰ ਜਿਹੜੇ ਵਸਾਏ ਸੀਗੇ। ਸੈਯਦ ਤੇ ਲੋਧੀ ਵੰਸ਼। ਸਿਕੰਦਰ ਲੋਧੀ ਦਾ ਮਕਬਰਾ ਤੇ ਸਿਕੰਦਰ ਲੋਧੀ ਦੀ ਮੋਠ ਦੀ ਮਸਜਿਦ, ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਹੈ। ਇਹ ਲੋਧੀ ਕਾਲ ਦੇ ਵਿੱਚ ਬਣੀ ਹੋਈ ਸਭ ਤੋਂ ਜ਼ਿਆਦਾ ਪ੍ਰਸਿੱਧ ਇਮਾਰਤਾਂ। ਤੇ ਦੋਰੇ ਗੁੰਬਦ ਜਿਹੜੇ ਬਣਨੇ ਸ਼ੁਰੂ ਹੋਏ ਸੀ ਉਹ ਵੀ ਲੋਧੀ ਕਾਲ ਦੇ ਵਿੱਚ ਹੋਏ ਸੀਗੇ, ਠੀਕ ਹੈ ਜੀ, ਧਿਆਨ ਰੱਖਣਾ, ਇੰਪੋਰਟੈਂਟ ਹੈ ਜੀ। ਲਿਟਰੇਚਰ ਸਾਹਿਤ ਦੀ ਗੱਲ ਕਰਦੇ ਹਾਂ। ਤਾਰੀਖ-ਏ ਫਿਰੋਜ਼ਸ਼ਾਹੀ ਦੀ ਰਚਨਾ ਸ਼ਮਸ਼-ਏ ਸਿਰਾਜ ਦੁਆਰਾ ਕੀਤੀ ਗਈ ਸੀ। ਸ਼ਮਸ਼-ਏ ਸਿਰਾਜ ਨੇ ਆਪਣੀ ਕਿਤਾਬ ਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਦੇ ਰਾਜ ਦਾ ਵਿਸਤ੍ਰਿਤ ਜਿਹੜਾ ਵਰਣਨ ਕੀਤਾ ਗਿਆ ਹੈ ਤਾਰੀਖ-ਏ ਫਿਰੋਜ਼ਸ਼ਾਹੀ ਦੇ ਵਿੱਚ ਸ਼ਮਸ਼-ਏ ਸਿਰਾਜ ਨੇ ਇਹਦੀ ਕੀਤੀ ਸੀ। ਤੇ ਇਸ ਦੇ ਵਿੱਚ ਉਸਨੇ ਜਿਹੜੀਆਂ ਦੱਸਿਆ ਕਿ ਨਹਿਰਾਂ ਸਲਤਨਤ ਦੀ ਆਰਥਿਕਤਾ ਦਾ ਹੁਲਾਰਾ ਸੀ, ਠੀਕ ਹੈ ਜੀ। ਜਦੋਂ ਨਹਿਰਾਂ ਬਣਾਈਆਂ ਤਾਂ ਜਿਹੜੀ ਦਿੱਲੀ ਸਲਤਨਤ ਦਾ ਜਿਹੜਾ ਖਜ਼ਾਨਾ ਉਹ ਭਰ ਗਿਆ। ਅਲ-ਬਰੂਨੀ ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਚੰਗਾ ਵਿਦਵਾਨ ਸੀ। ਮਹਿਮੂਦ ਗਜ਼ਨਵੀ ਦੇ ਸਮੇਂ ਭਾਰਤ ਆਇਆ ਸੀ। ਉਹਦੀਆਂ ਰਚਨਾਵਾਂ ਦੇ ਵਿੱਚ ਤਹਿ-ਏ-ਹਿੰਦ ਤੇ ਕਿਤਾਬ-ਉਲ-ਹਿੰਦ ਇਹ ਮਹੱਤਵਪੂਰਨ ਹੈ। ਦਿੱਲੀ ਸਲਤਨਤ ਦੀ ਜਿਹੜੀ ਸਰਪ੍ਰਸਤ ਭਾਸ਼ਾ ਜਾਂ ਦਰਬਾਰੀ ਭਾਸ਼ਾ ਉਹ ਫਾਰਸੀ ਸੀ, ਤੇ ਉਹਨਾਂ ਦੀ ਮਾਤ ਭਾਸ਼ਾ ਕਿਉਂਕਿ ਤੁਰਕ ਦੇ ਸੀ ਸ਼ਾਸਕ ਤੇ ਮਾਤ ਭਾਸ਼ਾ ਤੁਰਕੀ ਸੀ, ਪ੍ਰਬੰਧਕੀ ਜਾਂ ਦਰਬਾਰੀ ਭਾਸ਼ਾ ਫਾਰਸੀ ਸੀ, ਤੇ ਧਾਰਮਿਕ ਭਾਸ਼ਾ ਇਹ ਅਰਬੀ ਸੀ, ਠੀਕ ਹੈ ਜੀ। ਸਾਰੇ ਕੰਮ ਅਰਬੀ ਭਾਸ਼ਾ ਦੇ ਵਿੱਚ ਹੁੰਦੇ ਸੀ, ਇਹ ਧਿਆਨ 'ਚ ਰੱਖਣੇ ਜੀ, ਇੰਪੋਰਟੈਂਟ ਹੈ, ਐਗਜ਼ਾਮ 'ਚ ਪੁੱਛਿਆ ਗਿਆ ਸਵਾਲ ਹੈ। ਹਾਂਜੀ। ਤੁਗਲਕਨਾਮਾ ਦੀ ਰਚਨਾ ਅਮੀਰ ਖੁਸਰੋ ਨੇ ਕੀਤੀ ਸੀ। ਰਹੀਲਾ ਲੇਖ ਇਬਨ ਬਤੂਤਾ ਨੇ ਲਿਖਿਆ ਸੀ। ਤਬਕੇ ਨਸੀਰੀ ਹੈ ਉਹ ਮਿਨਹਾਜ ਰਾਜ ਨੇ ਲਿਖਿਆ ਸੀ। ਤਾਰੀਖ-ਏ ਫਿਰੋਜ਼ਸ਼ਾਹੀ ਤੇ ਫਤਵਾ-ਏ ਜਹਾਂਦਾਰੀ, ਠੀਕ ਹੈ ਜੀ, ਇਹ ਜਿਆਉਦੀਨ ਬਰਨੀ ਦੁਆਰਾ ਲਿਖੀਆਂ ਗਈਆਂ, ਤੇ ਫਤੂਹਤ-ਏ ਫਿਰੋਜ਼ਸ਼ਾਹੀ ਫਿਰੋਜ਼ ਸ਼ਾਹ ਤੁਗਲਕ ਨੇ ਲਿਖੀ ਹੈ। ਹਾਂਜੀ। ਨੋਟ ਕੀ ਕਰਨਾ ਹੈ? ਮਜਨੂ ਲੈਲਾ, ਸੀਨ-ਏ ਖੁਸਰੋ ਤੇ ਨੂਹ ਸਿਪੇਹਾਰ ਇਹ ਅਮੀਰ ਖੁਸਰੋ ਦੀਆਂ ਕਿਤਾਬਾਂ, ਠੀਕ ਹੈ ਜੀ। ਤੇ ਖਿਜ਼ਰ ਖਾਂ ਦੇ ਹੁਕਮ ਤੇ ਅਮੀਰ ਖੁਸਰੋ ਨੇ ਆਪਣੀ ਰਚਨਾ ਆਸ਼ਿਕਾ ਲਿਖੀ ਸੀ, ਤੇ ਇਹਦੇ ਵਿੱਚ ਉਸਨੇ ਖਿਜ਼ਰ ਖਾਂ ਅਤੇ ਗੁਜਰਾਤ ਦੇ ਸ਼ਾਸਕ ਕਰਨ ਦੀ ਧੀ ਦੇਵਲ ਦੇਵੀ ਦੇ ਪ੍ਰੇਮ ਦੀ ਕਥਾ ਜਿਹੜੀ ਉਹ ਲਿਖੀ ਹੈ, ਠੀਕ ਹੈ ਜੀ। ਅਲਾਉਦੀਨ ਖਿਲਜੀ ਦਾ ਪੁੱਤਰ ਸੀਗਾ ਖਿਜ਼ਰ ਖਾਂ, ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ, ਇੰਪੋਰਟੈਂਟ ਹੈ ਇਹ ਸਾਰੀਆਂ ਕਿਤਾਬਾਂ। ਸਿਕੰਦਰ ਲੋਧੀ ਜਿਹੜਾ ਗੁਲਰੁਖੀ ਨਾਮ ਦੇ ਅਧੀਨ ਜਿਹੜੀ ਕਿਤਾਬਾਂ ਲਿਖਦਾ ਸੀ, ਤੇ ਤਾਰੀਖ-ਏ ਮੁਬਾਰਕ ਸ਼ਾਹੀ ਇਹ ਜਹੀਆਂ ਬਿਨ ਅਹਿਮਦ ਸਰਹਿੰਦੀ ਨੇ ਇਹਦੀ ਰਚਨਾ ਕੀਤੀ ਹੈ, ਉਹਦੇ ਦੁਆਰਾ ਲਿਖੀ ਗਈ ਹੈ, ਤੇ ਇਹ ਜਿਹੜਾ ਸਈਦ ਖਾਨਦਾਨ ਦੇ ਸ਼ਾਸਕ ਮੁਬਾਰਕ ਸ਼ਾਹ ਨੂੰ ਸਮਰਪਿਤ ਹੈ, ਠੀਕ ਹੈ ਜੀ, ਧਿਆਨ 'ਚ ਰੱਖਣਾ, ਇੰਪੋਰਟੈਂਟ ਹੈ। ਹਾਂਜੀ। ਇਲਤੁਤਮਿਸ਼ ਜਿਹੜਾ ਸੀਗਾ ਉਹ ਸ਼ੁੱਧ ਅਰਬੀ ਸਿੱਕੇ ਜਾਰੀ ਕਰਨ ਵਾਲਾ ਪਹਿਲਾ ਤੁਰਕ ਸ਼ਾਸਕ ਸੀਗਾ। ਉਸਨੇ ਮੁੱਖ ਤੌਰ ਤੇ 2 ਪ੍ਰਮੁੱਖ ਸਿੱਕੇ ਪ੍ਰਚਲਿਤ ਚਲਾਏ ਸੀ, ਜੀਤਲ ਤੇ ਟਾਂਕਾ। ਤਾਂਬੇ ਦੇ ਸਿੱਕੇ ਨੂੰ ਜੀਤਲ ਕਿਹਾ ਜਾਂਦਾ ਸੀ, ਚਾਂਦੀ ਦੇ ਸਿੱਕੇ ਨੂੰ ਟਾਂਕਾ ਕਿਹਾ ਜਾਂਦਾ ਸੀ। ਦਿੱਲੀ ਸਲਤਨਤ ਦੇ ਸ਼ਾਸਕਾਂ ਦੇ ਵਿੱਚ ਜਿਹੜੀ ਜਿੰਨੀ ਵੀ ਮੁਦਰਾ ਪ੍ਰਣਾਲੀ ਪ੍ਰਚਲਿਤ ਹੋਈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਉਹ ਇਲਤੁਤਮਿਸ਼ ਦਾ, ਕਿਉਂਕਿ ਉਹਦੇ 2 ਵੱਡੇ ਸਿੱਕੇ ਚਲਾਏ ਸੀ, ਚਾਂਦੀ ਦਾ ਟਾਂਕਾ ਤੇ ਤਾਂਬੇ ਦਾ ਜੀਤਲ, ਠੀਕ ਹੈ ਜੀ, ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਜੀ। ਹੂ ਵਾਜ਼ ਦੀ ਫੇਮਸ ਆਥਰ ਆਫ ਕਿਤਾਬ-ਉਲ-ਹਿੰਦ। ਕਿਤਾਬ-ਉਲ-ਹਿੰਦ ਦਾ ਲੇਖਕ ਕੌਣ ਸੀ? ਅਲ-ਬਰੂਨੀ ਸੀ, ਠੀਕ ਹੈ, ਮਹਿਮੂਦ ਗਜ਼ਨਵੀ ਦੇ ਨਾਲ ਭਾਰਤ ਆਇਆ ਸੀ। ਹੂ ਅਮੰਗ ਦੀ ਫੋਲੋਇੰਗ ਸਟਾਰਟਡ ਟਾਂਕਾ ਸਿਲਵਰ ਕੋਇਨ। ਟਾਂਕਾ ਸਿਲਵਰ ਕੋਇਨ ਆ ਜਿਹੜਾ ਉਹ ਕਿਸ ਨੇ ਸ਼ੁਰੂ ਕੀਤਾ ਸੀ? ਉਹ ਇਲਤੁਤਮਿਸ਼ ਨੇ ਸ਼ੁਰੂ ਕੀਤਾ ਸੀ। ਕੋਇਨਸ ਟਾਂਕਾ ਐਂਡ ਜੀਤਲ ਜਾਂ ਸ਼ੇਸ਼ਗਾਨੀ ਇਹ ਸਲਤਨਤ ਪੀਰੀਅਡ ਦੇ ਵਿੱਚ ਬਣੇ ਸੀਗੇ। ਦੱਸਣਾ ਕਿਹੜੀ ਮੈਟਲ ਦੇ ਬਣੇ ਸੀਗੇ? ਹਾਂਜੀ। ਇਹ
ਸਿਲਵਰ ਤੇ ਕਾਪਰ ਦੇ ਬਣੇ ਸੀਗੇ। ਠੀਕ ਹੈ ਜੀ, ਧਿਆਨ ਰੱਖਣਾ ਇਹ। ਜੀਤਲਾ ਜਿਹੜਾ ਉਹ ਕਾਪਰ ਦਾ ਬਣਿਆ ਸੀਗਾ ਤੇ ਜਿਹੜਾ ਟੰਕਾ ਉਹ ਚਾਂਦੀ ਦਾ ਸਿਲਵਰ ਦਾ ਬਣਿਆ ਸੀ। ਹੂ ਵਾਸ ਦੀ ਮੈਡੀਏਵਲ ਕਿੰਗ ਰਿਸਪੌਂਸਿਬਲ ਫॉर ਇੰਟਰੋਡਿਊਸਿੰਗ ਦੀ ਸਿਲਵਰ ਕੁਆਇਨ ਕਾਲਡ ਟੰਕਾ ਇਨ ਦੀ ਨਾਰਥ ਇੰਡੀਆ। ਹਾਂਜੀ, ਟੰਕਾ ਜਿਹੜਾ ਕਿ ਸਿਲਵਰ ਕੁਆਇਨ ਸੀਗਾ, ਚਾਂਦੀ ਦਾ ਬਣਿਆ ਹੋਇਆ ਸੀ, ਇਹਨੂੰ ਚਲਾਉਣ ਦੇ ਲਈ ਕਿਸਨੇ ਉੱਤਰ ਭਾਰਤ ਦੇ ਵਿੱਚ ਕਿਹੜਾ ਰਾਜਾ ਜ਼ਿੰਮੇਦਾਰ ਸੀਗਾ? ਉਹ ਇਲਤੁਤਮਿਸ਼ ਸੀਗਾ। ਫਾइंड आउट दी 2 ਮੇਨ ਕਰੰਸੀਜ਼ ਆਫ ਦੀ ਸੁਲਤਨਤ ਪੀਰੀਅਡ। ਸੁਲਤਨਤ ਪੀਰੀਅਡ ਦੀਆਂ 2 ਮੁੱਖ ਕਰੰਸੀਆਂ ਦੱਸਣੀਆਂ, ਕਿਹੜੀਆਂ? ਜੀਤਲ ਤੇ ਟੰਕਾ। ਇਹਦਾ ਰਾਈਟ ਆਨਸਰ ਬਣੂ 2 ਐਂਡ 4। ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।